ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਹਾਂਜੀ। ਸਤਨਾਮ ਸ਼੍ਰੀ ਵਾਹਿਗੁਰੂ। ਸੁਨਹੁ ਕਥਾ ਅਬ ਤਾਹੇ ਰਾਜਪੂਤ ਮੰਝ ਇੱਕ ਚੌਧਰੀ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਮੂਹ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ ਆਪ ਦੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਗੁਰੂ ਪਿਆਰਿਆਂ ਪਾਸੋਂ ਸਰਵਣ ਕਰ ਰਹੇ ਸੀਗੇ। ਆਓ ਸਾਰੀਆਂ ਸੰਗਤੀਆਂ ਆਪੋ ਆਪਣੀਆਂ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੀ ਸਿਰਜਣਾ ਕਰਾ ਰਹੇ ਹਨ। ਉਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਕਵੀ ਸੰਤੋਖ ਸਿੰਘ ਜੀ ਦੱਸਦੇ ਆ, ਕਹਿੰਦੇ ਆ ਭਾਈ ਸਿੱਖੋ ਬੜੇ ਬੜੇ ਬ੍ਰਹਮ ਗਿਆਨੀ ਸਿੱਖ ਨੇ ਨਾ ਜਿਹੜੇ ਉਹ ਆ ਕੇ ਉਸ ਸਮੇਂ ਸੇਵਾ ਕਰ ਰਹੇ ਨੇ, ਆਪਣੇ ਆਪ ਨੂੰ ਵਡਭਾਗਿਆਂ ਸਮਝ ਰਹੇ ਹਨ। ਇਹ ਵੱਡੇ ਭਾਗਾਂ ਦੇ ਨਾਲ ਐਸੇ ਮੌਕੇ ਪ੍ਰਾਪਤ ਹੁੰਦੇ ਆ। ਜਿਸ ਕਿਸੇ ਨੂੰ ਨਾਲ ਗੁਰੂ ਜੀ ਦੇ ਦਰਸ਼ਨ ਹੋ ਰਹੇ ਹੋਣ ਨਾਲੇ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੋਵੇ ਉਹ ਸਮਝੇ ਮੇਰੇ ਵੱਡੇ ਭਾਗ ਹਨ, ਮੇਰੇ ਵੱਡੇ ਭਾਗ ਹਨ। ਉਹਨਾਂ ਵੱਡੇ ਭਾਗਾਂ ਵਾਲਿਆਂ ਵਿੱਚੋਂ ਸਾਧ ਸੰਗਤ ਜੀ ਬ੍ਰਹਮ ਗਿਆਨੀ ਸਿੱਖ ਉਹਨਾਂ ਦਾ ਜੀਵਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਹੈ, ਜਿਨ੍ਹਾਂ ਨੇ ਉਸ ਸਮੇਂ ਸਰੋਵਰ ਦੀ ਸੇਵਾ ਦੇ ਵਿੱਚ ਹਿੱਸਾ ਪਾਇਆ ਜੀ। ਤੁਸੀਂ ਉਹਨਾਂ ਦੀ ਕਥਾ ਸੁਣੀ ਹੈ। ਉਹਨਾਂ ਵਿੱਚੋਂ ਇੱਕ ਸਿੱਖ ਦਾ ਜੀਵਨ ਤੁਸਾਂ ਨੇ ਸਰਵਣ ਕੀਤਾ, ਭਾਈ ਭਗਤੂ ਜੀ ਦਾ ਜੀ। ਭਾਈ ਭਗਤੂ ਜੀ ਦਾ ਬਹੁਤ ਮਹਾਨ ਜੀਵਨ ਹੈ, ਇਹ ਤੁਸੀਂ ਸਰਵਣ ਕੀਤਾ ਜੀ। ਬਾਬਾ ਆਦਮ ਜੀ ਨੂੰ ਬਜ਼ੁਰਗੀ ਦੇ ਵਿੱਚ ਜਾ ਕੇ ਭਾਈ ਭਗਤੂ ਜੀ ਦੀ ਪ੍ਰਾਪਤੀ ਹੋਈ ਹੈ। ਗੁਰੂ ਰਾਮਦਾਸ ਜੀ ਨੇ ਬਚਨ ਕੀਤਾ ਜੀ, ਜਨਮ ਤੋਂ ਹੀ
ਭਾਈ ਭਗਤੂ ਜੀ ਬੜੀਆਂ ਬੜੀਆਂ ਕਰਾਮਾਤਾਂ ਦੇ ਮਾਲਕ ਸਨ ਜੀ, ਬੜੀਆਂ ਬੜੀਆਂ ਕਰਾਮਾਤਾਂ, ਬੜੀਆਂ ਬਖਸ਼ਿਸ਼ਾਂ ਦੇ ਮਾਲਕ ਸਨ। ਪਰ ਭਾਈ ਭਗਤੂ ਜੀ ਨੇ ਕਿਸੇ ਨੂੰ ਕੁਝ ਜਣਾਇਆ ਨਹੀਂ। ਭਾਈ ਭਗਤੂ ਜੀ ਗੁਪਤ ਰਹੇ ਜੀ। ਸੰਗਤ ਜੀ, ਪ੍ਰਾਪਤੀ ਥੋੜੀ ਹੋਣੀ, ਜਣਾ ਦਵੇ ਬੰਦਾ, ਜਿਹੜੀ ਕੋਲ ਪ੍ਰਾਪਤੀ ਹੈ ਉਹ ਵੀ ਚਲੇ ਜਾਂਦੀ ਹੈ ਜੀ। ਭਾਈ ਭਗਤੂ ਜੀ ਦੇ ਕੋਲ ਬੜੀਆਂ ਹੀ ਬਖਸ਼ਿਸ਼ਾਂ ਨੇ, ਪਰ ਭਾਈ ਭਗਤੂ ਜੀ ਜਣਾਉਂਦੇ ਨਹੀਂ ਹਨ। ਇਹ ਕਥਾ ਤੁਸੀਂ ਸੁਣੀ। ਭਾਈ ਭਗਤੂ ਜੀ ਕਿਵੇਂ ਫਿਰ ਆਪਣੀ ਮਾਤਾ ਜੀ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕਰਨ ਆ ਰਹੇ ਸਨ। ਜਦੋਂ ਮਹਾਰਾਜ ਜੀ ਦੇ ਦਰਸ਼ਨ ਕਰਕੇ ਗਏ ਆ, ਮਾਲਵੇ ਦੇ ਵਿੱਚ ਜਾ ਕੇ ਮਾਤਾ ਜੀ ਨੂੰ ਪਿਆਸ ਬਹੁਤ ਲੱਗੀ। ਭਾਈ ਭਗਤੂ ਜੀ ਆਪਣੀ ਮਾਂ ਵਾਸਤੇ ਪਾਣੀ ਲੈਣ ਜਾਂਦੇ ਆ, ਪਰ ਮਾਂ ਨੂੰ ਦੱਸ ਗਏ, ਜੇ ਤੈਨੂੰ ਬਹੁਤ ਪਿਆਸ ਲੱਗੇ ਇੱਥੋਂ ਢੇਮ ਚੁੱਕ ਲਈ, ਜਲ ਦਾ ਫੁਹਾਰਾ ਤੁਰ ਪਏਗਾ। ਹੁਣ ਸਮਰੱਥਾ ਤੇ ਹੈਗੀ ਹੈ, ਪਰ ਸਮਰੱਥਾ ਹੋਣ ਦੇ ਬਾਵਜੂਦ ਵੀ ਕਿਸੇ ਪਿੰਡ ਵਿੱਚੋਂ ਮੰਗ ਕੇ ਪਾਣੀ ਲੈਣ ਵਾਸਤੇ ਗਏ ਜੀ, ਭਾਵ ਪਾਣੀ ਮੰਗਣ ਗਏ ਜੀ। ਇਹ ਗੁਰਮੁਖਾਂ ਮਹਾਂਪੁਰਖਾਂ ਦੀ ਪਛਾਣ ਹੁੰਦੀ ਹੈ। ਹੋਣ ਨਜ਼ਦੀਕ ਖੁਦਾਏ ਦੇ, ਭੇਦ ਨਾ ਕਿਸੇ ਦੇਣ। ਖੁਦਾ ਦੇ, ਰੱਬ ਦੇ ਨੇੜੇ ਹੁੰਦੇ ਆ, ਪਰ ਭੇਦ ਨਹੀਂ ਕਿਸੇ ਨੂੰ ਦਿੰਦੇ ਜੀ ਉਹ ਜੀ। ਹਾਂਜੀ, ਸੋ ਭਾਈ ਭਗਤੂ ਜੀ ਜਦੋਂ ਵਾਪਸ ਆਏ, ਵੇਖਿਆ ਮਾਂ ਨੇ ਢੇਮ ਪਰਾਂ ਕਰਕੇ ਬੜਾ ਵੱਡਾ ਸਰੋਵਰ ਬਣਾ ਦਿੱਤਾ ਉੱਥੇ। ਉਹ ਸਾਰੀ ਕਥਾ ਤੁਸੀਂ ਜਿਹੜੀ ਉਹ ਸੁਣੀ ਹੈ। ਹੁਣ ਆਪਾਂ ਅੱਗੋਂ ਕਥਾ ਦੇ ਵਿੱਚ ਚਿੱਤ ਜੋੜੀਏ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਆਖੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਰਾਜਪੂਤ ਮੰਝ ਇੱਕ ਚੌਧਰੀ, ਪ੍ਰਥਮ ਜਨਮ ਕੇ ਮਾਹੇ। ਹੁਣ ਜਿਸ ਸਿੱਖ ਦਾ ਤੁਸਾਂ ਨੇ ਜੀਵਨ ਸਰਵਣ ਕਰਨਾ ਨਾ ਜੀ, ਉਸ ਸਿੱਖ ਦਾ ਨਾਮ ਹੈ ਭਾਈ ਮੰਝ ਜੀ। ਪਿਆਰ ਨਾਲ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਰਾਜਪੂਤ ਨੇ ਪਹਿਲਾ ਜਿਹੜਾ ਜਨਮ ਹੈ ਉਹਨਾਂ ਦਾ, ਉਹ ਪਿੰਡ ਵਿੱਚ ਚੌਧਰੀ ਸਨ ਜੀ, ਭਾਵ ਗੁਰੂ ਘਰ ਵਿੱਚ ਆਉਣ ਤੋਂ ਪਹਿਲਾਂ ਪਿੰਡ ਵਿੱਚ ਚੌਧਰੀ ਸਨ। ਹਾਂਜੀ। ਸੰਸਕਾਰ ਉਰ ਭਗਤ ਕੀ, ਸੁਨਹੁ ਕਥਾ ਅਬ ਤਾਹੇ। ਉਹਨਾਂ ਦੇ ਮਨ ਵਿੱਚ ਭਗਤੀ ਕਿਵੇਂ ਜਾਗੀ ਜੀ, ਕਿਵੇਂ ਉਹਨਾਂ ਦਾ ਮਨ ਭਗਤੀ ਕਰਨ ਨੂੰ ਲੱਗਾ। ਕਵੀ ਜੀ ਲਿਖਦੇ ਆ, ਕਹਿੰਦੇ ਹੁਣ ਤੁਸੀਂ ਉਹਨਾਂ ਦੀ ਕਥਾ ਸੁਣੋ। ਚੌਪਈ ਮਾਲ ਸਰਬ ਘਰ ਦਰਬ ਵਿਸਾਲਾ। ਭਾਈ ਮੰਝ ਜੀ, ਕੁਝ ਗੁਰਮੁਖ ਪਿਆਰੇ ਉਹਨਾਂ ਦਾ ਪਹਿਲਾ ਨਾਮ ਭਾਈ ਤੀਰਥਾ ਜੀ ਵੀ ਦੱਸਦੇ ਆ। ਕਹਿੰਦੇ ਆ ਉਹਨਾਂ ਦੇ ਘਰ ਵਿੱਚ ਮਾਲ ਡੰਗਰ ਬਹੁਤ ਸੀਗਾ ਜੀ, ਕਿਉਂ ਚੌਧਰੀ ਸਨ ਨਾ ਜੀ। ਚੌਧਰੀਆਂ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਜੀ। ਮਾਲ ਡੰਗਰ ਬਹੁਤ ਹੈ ਘਰ ਵਿੱਚ। ਜਿੱਥੇ ਮਾਲ ਡੰਗਰ ਹੈ ਉੱਥੇ ਧਨ ਦੌਲਤ ਵੀ ਬਹੁਤ ਹੈ ਜੀ। ਸਰਵਰ ਪੀਰ ਸੇਵ ਸਭ ਕਾਲਾ। ਤੇ ਸਾਧ ਸੰਗਤ ਜੀ, ਭਾਈ ਮੰਝ ਜੀ ਪੀਰਾਂ ਨੂੰ ਮੰਨਦੇ ਆ ਜੀ, ਸਰਵਰੀਆਂ ਨੂੰ ਮੰਨਦੇ, ਸਰਵਰੀਆਂ ਨੂੰ, ਸਖੀ ਸਰਵਰ ਨੂੰ ਮੰਨਦੇ ਆ। ਆ ਜਿਹੜੇ ਚਿਰਾਗ ਜਗਾ ਲੈਣੇ, ਥਾਵਾਂ ਬਣਾਉਣੀਆਂ, ਭਾਈ ਮੰਝ ਜੀ ਉਹਨਾਂ ਨੂੰ ਮੰਨਦੇ ਆ ਜੀ। ਹਾਂਜੀ। ਸੋ ਮਹਿਮਾ ਸਤਿਗੁਰ ਕੀ ਸੁਣ ਕੇ। ਆਸੇ ਪਾਸੇ ਇਲਾਕਿਆਂ ਦੇ ਵਿੱਚੋਂ ਗੁਰੂ ਦੇ ਸਿੱਖਾਂ ਕੋਲੋਂ ਭਾਈ ਮੰਝ ਜੀ ਨੇ ਗੁਰੂ ਸਾਹਿਬ ਦੀ ਸਿਫਤ ਸੁਣੀ, ਗੁਰੂ ਅਰਜਨ ਦੇਵ ਜੀ ਦੀ ਜੀ। ਕਿਉਂ ਮੁਖੀ ਬੰਦੇ ਸਨ, ਚੌਧਰੀ ਸਨ, ਚੌਧਰੀਆਂ ਨੂੰ ਬੜੇ ਲੋਕ ਮਿਲਦੇ ਰਹਿੰਦੇ ਆ ਜੀ। ਹਾਂਜੀ। ਸ਼ਬਦ ਸੁਨੇ ਅਰਥਨ ਕੋ ਗੁਣ ਕੈ। ਜਿੱਥੇ ਗੁਰੂ ਸਾਹਿਬ ਜੀ ਦੀ ਮਹਿਮਾ ਸੁਣ ਲਈ ਨਾ ਜੀ, ਉੱਥੇ ਭਾਈ ਮੰਝ ਜੀ ਨੇ ਗੁਰੂ ਜੀ ਦੀ ਬਾਣੀ ਦੇ ਸ਼ਬਦ ਵੀ ਸੁਣੇ ਜੀ। ਸ਼ਬਦ ਸੁਣੇ, ਸ਼ਬਦਾਂ ਦੇ ਅਰਥ ਸਮਝੇ ਜੀ। ਹਾਂਜੀ। ਉਦੈ ਭਗਤ ਪੂਰਬ ਕੀ ਭਈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਜੀ ਦੀ ਬਾਣੀ ਸੁਣ ਕੇ, ਗੁਰੂ ਜੀ ਦੀ ਬਾਣੀ ਦੇ ਅਰਥ ਸੁਣ ਕੇ ਮਨ ਤੇ ਇਹੋ ਜਿਹੇ ਤੀਰ ਵੱਜੇ, ਉਹਨਾਂ ਦੀ ਪਿਛਲੇ ਜਨਮਾਂ ਦੀ ਭਗਤੀ ਜਾਗ ਪਈ ਜੀ। ਚੇਤਾ ਰੱਖਿਓ, ਕੋਈ ਨਹੀਂ ਪਤਾ ਕਿਸ ਵੇਲੇ ਕਿਸ ਗੁਰਮੁਖ ਪਿਆਰੇ ਦੀ ਪਿਛਲੀ ਭਗਤੀ ਜਾਗ ਪੈਣੀ ਹੈ ਜੀ।
ਕਈਆਂ ਦੀ ਜਾਗੀ ਹੈ, ਤਾਈਓ ਇਸ ਪਾਸੇ ਆਏ ਆ ਜੀ। ਭਾਈ ਮੰਝ ਜੀ ਨੇ ਗੁਰੂ ਜੀ ਦੀ ਬਾਣੀ ਸੁਣੀ, ਗੁਰੂ ਜੀ ਦੀ ਬਾਣੀ ਦੇ ਵਿਚਾਰ ਸੁਣੀ, ਤੇ ਭਾਈ ਮੰਝ ਜੀ ਦੇ ਪਿਛਲੇ ਜਨਮਾਂ ਦੀ ਭਗਤੀ ਜਾਗ ਪਈ ਜੀ। ਗੁਰ ਦਰਸ਼ਨ ਕੀ ਰੁਚ ਉਪਜਾਈ, ਤੇ ਮਨ ਵਿੱਚ ਪਤਾ ਕੀ ਫੁਰਨਾ ਪੈਦਾ ਹੋਇਆ, ਐਸੇ ਗੁਰੂ ਜੀ ਜਿਨ੍ਹਾਂ ਦੀ ਬਾਣੀ ਮਨ ਨੂੰ ਠੰਡ ਪਾਉਂਦੀ ਹੈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀ। ਭਾਈ ਮੰਝ ਜੀ ਨੇ ਫੁਰਨਾ ਬਣਾਇਆ, ਐਸੇ ਗੁਰੂ ਸਾਹਿਬ ਦੇ ਦਰਸ਼ਨ ਕਰਾਂ ਜਾ ਕੇ ਮੈਂ। ਹਾਂਜੀ, ਜਨਮ ਸਫਲ ਕਰਬੇ ਕਹੁ ਬਾਂਛੇ, ਤੇ ਮੈਂ ਆਪਣਾ ਜਨਮ ਸਫਲਾ ਕਰਾਂ, ਮੈਂ ਆਪਣਾ ਜਨਮ ਸਫਲਾ ਕਰਾਂ। ਐਸੇ ਗੁਰੂ ਜੀ ਦੇ ਦਰਸ਼ਨ ਕਰਕੇ ਜਨਮ ਮੇਰਾ ਵੀ ਸਫਲਾ ਹੋਵੇ। ਕਿਤਕ ਦਿਵਸ ਇੱਛਾ ਚਿਤ ਆਛੇ, ਕਈ ਦਿਨ ਭਾਈ ਮੰਝ ਜੀ ਸੋਚਾਂ ਬਣਾਉਂਦੇ ਰਹੇ, ਮੈਂ ਗੁਰੂ ਜੀ ਦੇ ਦਰਸ਼ਨ ਕਰਨੇ ਹਨ, ਮੈਂ ਗੁਰੂ ਜੀ ਦੇ ਦਰਸ਼ਨ ਕਰਨੇ ਹਨ, ਮੈਂ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਹਨ। ਕਈ ਦਿਨ ਭਾਈ ਮੰਝ ਜੀ ਇਹ ਫੁਰਨੇ ਬਣਾਉਂਦੇ ਰਹੇ ਜੀ। ਹੇਰ ਹੇਰ ਸਿੱਖਨ ਕਹੁ ਨੀਕੇ, ਗੁਰਸਿੱਖਾਂ ਨੂੰ ਵੇਖਦੇ, ਹਾਂਜੀ, ਸਿੱਖੀ ਗਾਹਾਂ ਮਨੋਰਥ ਜੀ ਕੇ, ਤੇ ਗੁਰਸਿੱਖਾਂ ਦੇ ਦਰਸ਼ਨ ਕਰਕੇ ਨਾ ਗੁਰਸਿੱਖਾਂ ਨੂੰ ਕਹਿੰਦੇ, ਭਾਈ ਪਿਆਰਿਓ ਮੈਂ ਵੀ ਤੁਹਾਡੇ ਵਾਂਗੂ ਸਿੱਖ ਬਣ ਜਾਣਾ। ਭਾਗ ਚੰਗੇ ਹੋਣ ਫੇਰ ਹੀ ਇਹ ਸੋਚ ਬਣਦੀ, ਚ ਨਾ ਬੰਦੇ ਦੀ ਕਿਸਮਤ ਸਾਥ ਦਵੇ, ਬੰਦਾ ਇਹ ਗੱਲਾਂ ਸੋਚਦਾ ਹੀ ਨਹੀਂ ਜੀ। ਹਾਂਜੀ, ਦਿਨ ਪ੍ਰਤ ਪ੍ਰੇਮ ਵਧਿਓ ਅਧਿਕਾਈ, ਉਹ ਕੋਈ ਐਸੀ ਭਗਤੀ ਜਾਗੀ, ਐਸੀ ਭਗਤੀ ਜਾਗੀ, ਭਾਈ ਮੰਝ ਜੀ ਦੇ ਮਨ ਵਿੱਚ ਦਿਨੋਂ ਦਿਨ ਪ੍ਰੇਮ ਵੱਧਦਾ ਗਿਆ ਜੀ, ਦਿਨੋਂ ਦਿਨ ਪ੍ਰੇਮ ਵੱਧਦਾ ਗਿਆ ਜੀ। ਆਇਓ ਗੁਰ ਦਰਸ਼ਨ ਹਿਤ ਲਾਈ, ਤੇ ਭਾਈ ਮੰਝ ਜੀ ਅੰਮ੍ਰਿਤਸਰ ਸਾਹਿਬ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਜੀ। ਹਾਂਜੀ, ਸਦਨ ਤਿਆਗ ਕੈ ਸਭ ਪਰਿਵਾਰ, ਘਰ ਪਰਿਵਾਰ ਸਭ ਕੁਝ ਛੱਡ ਕੇ ਇਕੱਲੇ ਆਏ ਜੀ। ਹਾਂਜੀ, ਪੁੱਤਰ ਤਾਦਿਕ ਕੋ ਪ੍ਰੇਮ ਵਿਸਾਲ, ਤੇ ਰਸਤੇ ਚ ਆਉਂਦਿਆਂ ਵੀ ਸਮਾਂ ਲੱਗਣਾ ਸੀ, ਜਾਂਦਿਆਂ ਵੀ ਸਮਾਂ ਲੱਗਣਾ ਸੀ। ਸਾਰੇ ਪਰਿਵਾਰ ਕੁਟੁੰਬ ਧੀਆਂ ਪੁੱਤਰਾਂ ਦਾ ਪਿਆਰ ਛੱਡ ਕੇ ਭੁਲਾ ਕੇ ਗੁਰੂ ਦੀ ਸਿੱਖੀ ਲੈਣ ਵਾਸਤੇ ਭਾਈ ਮੰਝ ਜੀ ਆਪਣੇ ਮਨ ਵਿੱਚ ਤਿਆਰ ਬਰ ਤਿਆਰ ਹੋਏ ਆਏ ਜੀ। ਹਾਂਜੀ, ਪੂਰਬਲੇ ਜਾਗੇ ਸ਼ੁਭ ਭਾਗ, ਗੱਜ ਕੇ ਆਖੋ ਵਾਹਿਗੁਰੂ। ਕਿਉਂ ਆਏ? ਕਿਉਂਕਿ ਉਹਨਾਂ ਦੇ ਭਾਗ ਜਾਗ ਪਏ ਜੀ, ਭਾਗ ਜਾਗ ਪਏ। ਬਿਨਾਂ ਭਾਗ ਜਾਗਣ ਤੋਂ ਗੱਲ ਨਹੀਂ ਬਣਦੀ, ਬੰਦਾ ਜਿੰਨੇ ਮਰਜ਼ੀ ਫੇਰੇ ਪਾਈ ਜਾਵੇ ਜੀ। ਹਾਂਜੀ, ਕਰਕੇ ਦ੍ਰਿੜ ਉਰ ਮਹਿ ਵੈਰਾਗ, ਬਹੁਤ ਵੈਰਾਗ ਸੀਗਾ ਜੀ ਇਹਨਾਂ ਦੇ ਮਨ ਵਿੱਚ ਵੀ ਮੈਂ ਵੀ ਗੁਰੂ ਜੀ ਦਾ ਸਿੱਖ ਬਣਨਾ ਹੈ, ਮੈਂ ਵੀ ਮਹਾਰਾਜ ਜੀ ਦੀ ਸਿੱਖੀ ਪ੍ਰਾਪਤ ਕਰਨੀ ਹੈ। ਸ਼੍ਰੀ ਅਰਜਨ ਕੀ ਸ਼ਰਨੀ ਆਏ, ਤੇ ਭਾਈ ਮੰਝ ਜੀ ਆਏ, ਧੰਨ ਗੁਰੂ ਅਰਜਨ ਦੇਵ ਜੀ ਦੇ ਸੋਹਣੇ ਦਰਸ਼ਨ ਕੀਤੇ ਜੀ। ਦਰਸ਼ਨ ਕਰਕੇ ਮਨ ਬੜਾ ਆਨੰਦਿਤ ਹੋ ਗਿਆ ਜੀ ਉਹਨਾਂ ਦਾ। ਬੰਦੇ ਪਦ ਅਰਬਿੰਦ ਸੁਹਾਏ, ਜਿਵੇਂ ਬਾਕੀ ਗੁਰੂ ਦੀਆਂ ਸੰਗਤਾਂ ਨਮਸਕਾਰਾਂ ਕਰ ਰਹੀਆਂ ਨੇ, ਭਾਈ ਮੰਝ ਜੀ ਨੇ ਵੀ ਆ ਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਜੀ। ਹਾਂਜੀ, ਸੁੰਦਰ ਮ੍ਰਿਦੁਲ ਬਿਮਲ ਦੁੱਤਵੰਤੇ, ਮਹਾਰਾਜ ਗਰੀਬ ਨਵਾਜ ਜੀ ਦੇ ਚਰਨ ਸੋਹਣੇ ਹਨ, ਕੋਮਲ ਹਨ, ਨਰਮ ਹਨ, ਬੜੀ ਸ਼ੋਭਾ ਵਾਲੇ ਹਨ। ਰਾਜ ਪਰਾਗ ਜਿਨ ਕੀ ਸੁਖਵੰਤੇ, ਉਹਨਾਂ ਚਰਨਾਂ ਤੇ ਥੋੜੀ ਧੂੜੀ ਵੀ ਪਈ ਹੋਈ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਉਹ ਜਿਹੜੀ ਧੂੜੀ ਹੈ ਨਾ, ਉਹ ਮਾਨੋ ਪਰਾਗ ਪਈ ਹੋਈ ਹੈ ਜੀ। ਪਰਾਗ ਕਿਹਨੂੰ ਕਹਿੰਦੇ ਆ? ਕਮਲ ਫੁੱਲ ਤੇ ਧੂੜੀ ਪਈ ਹੋਵੇ ਉਹਨੂੰ ਪਰਾਗ ਕਹਿੰਦੇ, ਉਹ ਵੀ ਸੋਹਣੀ ਲੱਗਦੀ ਹੈ। ਕਹਿੰਦੇ ਮਹਾਰਾਜ ਦੇ ਚਰਨਾਂ ਤੇ ਧੂੜ ਪਈ ਹੋਈ ਵੀ ਸੋਹਣੀ ਲੱਗਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੀ ਜਿਹੜੀ ਚਰਨ ਧੂੜੀ ਹੈ ਨਾ, ਉਹ ਵੀ ਸਿੱਖਾਂ ਦਾ ਭਲਾ ਕਰਨ ਵਾਲੀ ਹੈ। ਸੋ ਮਹਾਰਾਜ ਗਰੀਬ ਨਵਾਜ ਜੀ ਦੇ ਸੋਹਣੇ ਚਰਨਾਂ ਦੇ ਦਰਸ਼ਨ ਕੀਤੇ ਭਾਈ ਮੰਝ ਜੀ ਨੇ। ਹਾਂਜੀ, ਬਿਨਤੀ ਕੀਨ ਹਰਹੁ ਤ੍ਰਹਿ ਪਾਪ, ਜਦੋਂ ਭਾਈ ਮੰਝ ਜੀ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਏ
ਧੰਨ ਗੁਰੂ ਅਰਜਨ ਦੇਵ ਜੀ ਨੂੰ ਭਾਈ ਮੰਝ ਜੀ ਦਾ ਅਗਲਾ ਪਿਛਲਾ ਸਭ ਕੁਝ ਹੀ ਪਤਾ ਲੱਗ ਗਿਆ ਜੀ, ਸਭ ਕੁਝ ਲੱਗ ਗਿਆ। ਭਾਈ ਮੰਝ ਜੀ ਬੇਨਤੀ ਕਰਨ ਲੱਗੇ ਹੱਥ ਜੋੜ ਕੇ, ਕਹਿੰਦੇ ਮਹਾਰਾਜ ਕਿਰਪਾ ਕਰਕੇ ਮੇਰੇ 3 ਤਾਪ ਦੂਰ ਕਰ ਦਿਓ, ਆਦ ਵਿਆਦ ਤੇ ਉਪਾਦ। ਹਾਂਜੀ, ਗੁਰ ਸਿੱਖੀ ਕੋ ਬਖਸ਼ੋ ਆਪ। ਗਰੀਬ ਨਵਾਜ ਸੱਚੇ ਪਾਤਸ਼ਾਹ, ਮੈਂ ਤੁਹਾਡਾ ਸਿੱਖ ਬਣਨ ਵਾਸਤੇ ਆਇਆ, ਮਹਾਰਾਜ ਮੈਨੂੰ ਵੀ ਆਪਣਾ ਸਿੱਖ ਬਣਾ ਲਓ। ਸੰਗਤ ਜੀ, ਕਿਤੇ ਭਾਗਾਂ ਵਾਲਿਆਂ ਦੇ ਮਨ 'ਚ ਫੁਰਨਾ ਪੈਦਾ ਹੁੰਦਾ, ਮੈਂ ਵੀ ਅੰਮ੍ਰਿਤ ਛਕਾਂ, ਮੈਂ ਵੀ ਗੁਰੂ ਵਾਲਾ ਬਣਾ, ਮੈਂ ਵੀ ਗੁਰੂ ਵਾਲਾ ਬਣਾ, ਮੈਂ ਵੀ ਮਹਾਰਾਜ ਜੀ ਦਾ ਸਿੱਖ ਖਵਾਵਾਂ। ਭਾਈ ਮੰਝ ਜੀ ਕਹਿੰਦੇ ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ। ਹਾਂਜੀ, ਜਨਮ ਮਰਨ ਕੋ ਸੰਕਟ ਭਾਰੀ। ਗਰੀਬ ਨਵਾਜ, ਜੰਮਣਾ ਮਰਨਾ ਬੜਾ ਵੱਡਾ ਸੰਕਟ ਹੈ, ਬੜਾ ਵੱਡਾ ਦੁੱਖ ਹੈ। ਦੀਨ ਜਾਨ ਕਰ ਲਿਓ ਉਬਾਰੀ। ਮਹਾਰਾਜ ਗਰੀਬ ਨਵਾਜ ਮੈਨੂੰ ਮਾੜਾ ਬੰਦਾ ਜਾਣ ਕੇ ਮੈਨੂੰ ਇਸ ਸੰਕਟ ਤੋਂ ਬਚਾ ਲਓ। ਮਹਾਰਾਜ ਤੁਸੀਂ ਇਹ ਕਰ ਸਕਦੇ ਹੋ। ਹਾਂਜੀ, ਸੁਨ ਕੇ ਸ਼੍ਰੀ ਅਰਜਨ ਫਰਮਾਇਓ। ਕਹੋ ਪ੍ਰੇਮ ਨਾਲ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਜਦੋਂ ਭਾਈ ਮੰਝ ਜੀ ਨੇ ਬੇਨਤੀ ਕੀਤੀ ਨਾ ਜੀ, ਤੇ ਮਹਾਰਾਜ ਨੂੰ ਤੇ ਸਾਰੀ ਗੱਲ ਦਾ ਪਤਾ ਲੱਗ ਗਿਆ, ਤੇ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ। ਇੱਥੇ ਮੈਂ ਇੱਕ ਬੇਨਤੀ ਕਰਾਂ, ਇੱਕ ਦ੍ਰਿਸ਼ਟੀ ਹੈ ਕੈਮਰੇ ਦੀ ਜੀ, ਕੈਮਰੇ ਦੀ। ਕੈਮਰਾ ਸਾਡੀ ਬਾਹਰ ਦੀ ਫੋਟੋ ਲੈ ਲੇਗਾ, ਜਿਹੋ ਜਿਹੇ ਕੱਪੜੇ ਲੀੜੇ ਪਾਏ ਆ, ਮੁੱਖ ਜਿਹੋ ਜਿਹਾ, ਕੈਮਰਾ ਬਾਹਰ ਦੀ ਫੋਟੋ ਲਏਗਾ ਜੀ। ਇੱਕ ਹੁੰਦਾ ਐਕਸਰਾ, ਉਹ ਬਾਹਰ ਦੇ ਸਰੀਰ ਦੀ ਫੋਟੋ ਨਹੀਂ ਲੈਂਦਾ, ਇਸ ਮਾਸ ਦੇ ਹੇਠਾਂ ਜਿਹੜੀਆਂ ਹੱਡੀਆਂ ਨੇ ਉਹ ਉਹਨਾਂ ਦੀ ਫੋਟੋ ਲੈਂਦਾ ਹੈ ਜੀ। ਇੱਕ ਹੈ MRI। MRI ਕੀ ਕਰਦੀ ਹੈ, ਉਹਦੇ ਤੋਂ ਵੀ ਬਰੀਕ ਜਿਹੜੀਆਂ ਨਾੜੀਆਂ ਨੇ ਨਾ ਉਹਨਾਂ ਦੀ ਵੀ ਫੋਟੋ ਲੈ ਆਉਂਦੀ ਹੈ ਜੀ। ਬਰੀਕ ਬਰੀਕ ਨਾੜੀਆਂ ਦੀਆਂ ਫੋਟੋਆਂ MRI ਵਿਖਾ ਦਿੰਦੀ ਜੀ। ਹੁਣ ਚੇਤਾ ਰੱਖਿਓ, ਸਾਡੀ ਆਮ ਜਿਹੜੇ ਬੰਦੇ ਆ ਨਾ ਜੀ, ਸਾਡੀ ਦ੍ਰਿਸ਼ਟੀ ਕੈਮਰੇ ਵਾਲੀ ਹੈਗੀ ਆ ਜੀ। ਸਾਨੂੰ ਉੱਤੋਂ ਕੋਈ ਆਖੇ ਬੜਾ ਚੰਗਾ ਲੱਗੇਗਾ ਜੀ, ਅਸੀਂ ਉੱਪਰੋਂ ਵੇਖਣਾ ਹੈ ਜੀ। ਹਾਂਜੀ, ਚੇਤਾ ਰੱਖਿਓ, ਗੁਰੂ ਸਾਹਿਬ ਦੀ ਦ੍ਰਿਸ਼ਟੀ ਕੈਮਰਾ, ਐਕਸਰਾ ਤੇ MRI ਤੋਂ ਵੀ ਅੱਗੇ ਹੈ। ਮਹਾਰਾਜ ਬੰਦੇ ਦਾ ਮਨ ਵੀ ਵੇਖਦੇ ਆ, ਤੇ ਗੁਰੂ ਸਾਹਿਬ ਬੰਦੇ ਦਾ ਅਗਲਾ ਪਿਛਲਾ ਸਭ ਕੁਝ ਹੀ ਵੇਖ ਲੈਂਦੇ ਆ ਜੀ। ਜਦੋਂ ਭਾਈ ਮੰਝ ਜੀ ਨੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਸਿੱਖੀ ਚਾਹੀਦੀ ਹੈ, ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਭਾਈ ਮੰਝ ਜੀ ਨੂੰ ਫਿਰ ਇਉਂ ਕਹਿਣ ਲੱਗੇ, ਆਪਨ ਪੀਰ ਤੈਂ ਤੁਰਕ ਬਨਾਇਓ। ਮਹਾਰਾਜ ਕਹਿਣ ਲੱਗੇ, ਮੰਝ ਸੱਚ ਸੱਚ ਦੱਸ, ਤੂੰ ਤੇ ਕਿਸੇ ਤੁਰਕ ਪੀਰ ਦਾ ਚੇਲਾ ਹੈਗਾ। ਕਹਿਣ ਲੱਗੇ, ਹੁਣ ਵੇਖ ਲੋ, ਭਾਈ ਮੰਝ ਨੇ ਨਿਤ ਨਹੀਂ ਨਾ ਕੁਝ ਕਿਹਾ, ਪਰ ਗੁਰੂ ਅਰਜਨ ਦੇਵ ਜੀ ਨੇ ਸਾਰੀ ਗੱਲ ਦੱਸ ਦਿੱਤੀ ਜੀ। ਹਾਂਜੀ, ਸਰਵਰ ਕੇ ਮੁਰੀਦ ਤੁਮ ਰਹੇ। ਮਹਾਰਾਜ ਕਹਿਣ ਲੱਗੇ, ਤੂੰ ਸਖੀ ਸਰਵਰ ਦਾ ਚੇਲਾ ਹੈ। ਕਹਿਣ ਲੱਗੇ, ਹਾਂਜੀ, ਇਤ ਗੁਰ ਸਿੱਖੀ ਦੁਰਲਭ ਆਹੇ। ਮਹਾਰਾਜ ਕਹਿਣ ਲੱਗੇ, ਮੰਝ ਗੁਰਸਿੱਖੀ ਬੜੀ ਦੁਰਲਭ ਹੈ, ਐਸਾ ਨਹੀਂ ਹੈ ਕਿ ਸਿੱਖੀ ਸਭ ਨੂੰ ਹੀ ਮਿਲ ਜਾਵੇ ਜੀ। ਆ ਜਿਹੜੇ ਜ਼ੋਰ ਲਾਉਂਦੇ ਆ ਦੂਜਿਆਂ ਤੇ, ਚਲੋ ਲਾ ਲੈਣਾ ਚਾਹੀਦਾ, ਪਰ ਸਿੱਖ ਬਣਨ ਲਈ ਬੰਦੇ ਦੀ ਕਿਸਮਤ ਵੀ ਹੋਣੀ ਚਾਹੀਦੀ ਹੈ ਜੀ। ਹਾਂਜੀ, ਜੇ ਕਿਸਮਤ ਵਿੱਚ ਹੀ ਸਿੱਖ ਬਣਨਾ ਨਹੀਂ ਹੈਗਾ ਤੇ ਬੰਦਾ ਕਿੱਥੋਂ ਬਣ ਜਾਏਗਾ ਜੀ। ਹਾਂਜੀ, ਖੰਡੇ ਧਾਰ ਚੱਲਹਿ ਨਹਿ ਗਿਰੇ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਇਹ ਸਿੱਖੀ ਧਾਰਨ ਕਰਨਾ, ਖੰਡੇ ਦੀ ਧਾਰ ਤੇ ਤੁਰਨਾ ਹੈ। ਤੁਸੀਂ ਨਹੀਂ ਚੱਲ ਸਕੋਗੇ, ਭਾਵ ਤੂੰ ਨਹੀਂ ਚੱਲ ਸਕੇਗਾ। ਸੰਗਤ ਜੀ, ਗੱਲ ਤੇ ਸੱਚੀ ਗੁਰੂ ਅਰਜਨ ਸਾਹਿਬ ਜੀ ਦੀ ਆਖੋ ਵਾਹਿਗੁਰੂ। ਸਿੱਖੀ ਧਾਰਨ ਕਰਨੀ, ਖੰਡੇ ਦੀ ਧਾਰ ਤੇ ਤੁਰਨਾ ਹੀ ਹੈ। ਤੇ ਸੱਚੀ ਗੱਲ 'ਚ ਜੋ ਮਹਾਰਾਜ ਉਪਦੇਸ਼ ਦਿੰਦੇ ਸਾਡੇ ਕੋਲ ਮੰਨਿਆ ਨਹੀਂ ਹੋ ਜਾਂਦਾ ਜੀ। ਤੁਸੀਂ ਵੇਖ ਲਓ ਕਿੰਨੇ ਉਪਦੇਸ਼ ਮਹਾਰਾਜ ਨੇ ਦਿੱਤੇ ਆ, ਸਵੇਰ ਦਾ ਪਹਿਲਾ ਹੀ ਜਿਹੜਾ ਹੁਕਮ ਹੈਗਾ ਉਹ ਹੀ ਨਹੀਂ ਮੰਨਿਆ ਜਾਂਦਾ ਜੀ ਸਾਡੇ ਕੋਲੋਂ ਜੀ।
ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ। ਹਰ ਨਾਮ ਧਿਆਵੈ। ਜਿੱਥੋਂ ਦਿਨ ਦੀ ਸ਼ੁਰੂਆਤ ਹੈ ਨਾ ਜੀ, ਉਹੋ ਹੀ ਉਪਦੇਸ਼ ਨਹੀਂ ਮੰਨਿਆ ਜਾਂਦਾ ਜੀ। ਇਹ ਹੈਗਾ ਖੰਡੇ ਦੀ ਧਾਰ ਤੇ ਤੁਰਨ ਦੇ ਬਰਾਬਰ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੰਝ ਤੇਰੇ ਕੋ ਤੁਰ ਨਹੀਂ ਹੋਣਾ ਖੰਡੇ ਦੀ ਧਾਰ ਤੇ। ਸੂਖਮ ਅਧਿਕ ਕੇਸ ਤੇ ਪਰੇ। ਮਹਾਰਾਜ ਕਹਿਣ ਲੱਗੇ ਇਹ ਤੇ ਵਾਲ ਤੋਂ ਵੀ ਬਰੀਕ ਹੈਗੀ ਹੈ ਸਿੱਖੀ ਜੀ। ਖੰਨੇ ਹੋ ਨਿੱਕੀ ਵਾਲ ਹੋ ਨਿੱਕੀ। ਹਾਂ, ਖੰਨੇ ਹੋ ਤਿੱਖੀ ਵਾਲ ਹੋ ਨਿੱਕੀ। ਕਹਿਣ ਲੱਗੇ ਇਸ ਰਸਤੇ ਤੇ ਜਾਣਾ ਪੈਣਾ। ਹੁਣ ਵੇਖੋ ਨਾ ਜੀ, ਵਾਲ ਬਹੁਤ ਬਰੀਕ ਹੈਗਾ ਜੀ। ਕੀ ਮੋਟਾਈ ਦੱਸੋਗੇ ਇੱਕ ਵਾਲ ਦੀ ਜੀ? ਹਾਂਜੀ। ਨਹੀਂ ਕਮਾਏ ਸਕੋਗੇ ਤਾਹੀਂ। ਮਹਾਰਾਜ ਕਹਿੰਦੇ ਮੰਝ ਤੂੰ ਨਹੀਂ ਕਮਾ ਸਕਦਾ ਸਿੱਖੀ। ਹਾਂਜੀ। ਪ੍ਰਾਨਨ ਕੋ ਪਲਟੋ ਜਿਸ ਮਾਹੀ। ਕਿਉਂ? ਪ੍ਰਾਣਾਂ ਦੇ ਬਦਲੇ ਸਿੱਖੀ ਮਿਲਦੀ ਹੈ। ਪ੍ਰਾਣ ਦੇਣੇ ਪੈਂਦੇ ਆ। ਇਹ ਨਹੀਂ ਹੈ ਵੀ ਜਿੰਨੇ 10 ਰੁਪਏ ਚੜਾਏ ਉਹ ਸਿੱਖ ਬਣ ਜਾਏਗਾ। ਇਸ ਤਰ੍ਹਾਂ ਨਹੀਂ ਹੈਗਾ। ਪ੍ਰਾਣ ਦੇਣੇ ਪੈਣਗੇ ਆਪਣੇ। ਹਾਂਜੀ। ਆਪਾ ਜਹਾਂ ਜਨਾਵੋ ਨਾਹੀ। ਮਹਾਰਾਜ ਕਹਿਣ ਲੱਗੇ ਇੱਥੇ ਫਿਰ ਆਪਾ ਨਹੀਂ ਜਨਾਉਣਾ ਪੈਂਦਾ। ਇਹ ਨਹੀਂ ਫਿਰ ਭਾਵ ਰੱਖਣਾ ਵੀ ਅਸੀਂ ਵੀ ਕੁਝ ਹੈਗੇ। ਤੇ ਸੱਚੀ ਗੱਲ 'ਚ ਪੂਰੇ ਸਿੱਖ ਪੰਥ ਦੀ ਮੈਂ ਗੱਲ ਕਰਾਂ, ਕੋਈ ਇੱਕ ਅੱਧਾ ਹੀ ਬੰਦਾ ਹੋਏਗਾ ਜਿਹੜਾ ਆਪਾ ਨਹੀਂ ਜਣਾਉਂਦਾ ਹੋਏਗਾ ਜੀ, ਸਮੇਤ ਮੇਰੇ ਜੀ। ਆਪਾ ਬੰਦਾ ਜਣਾ ਦਿੰਦਾ, ਬੰਦਾ ਦੱਸਦਾ ਵੀ ਅਸੀਂ ਵੀ ਕੁਝ ਹੈਗੇ ਆ ਜੀ। ਹਾਂਜੀ। ਆਪਣੀ ਅਵਸਥਾ 5-7 ਬੰਦਿਆਂ ਨੂੰ ਜਿੰਨਾ ਚਿਰ ਤੱਕ ਬੰਦਾ ਦੱਸੇ ਨਾ ਜੀ, ਉਹਨਾਂ ਚਿਰ ਤੱਕ ਕਿੱਥੋਂ ਚੈਨ ਆਉਂਦਾ ਜੀ। ਮਹਾਰਾਜ ਕਹਿੰਦੇ ਆਪਾਂ ਨਹੀਂ ਜਨਾਉਣਾ ਇੱਥੇ। ਹਾਂਜੀ। ਦੇਹ ਸੀਸ ਪਰ ਸੀ ਨਾ ਕਰਾਹੀ। ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਵੇਖੋ ਕਿੱਡੇ ਸਖਤ ਬਚਨ ਕਰਨ ਦੇ। ਅਸਲ ਵਿੱਚ ਭਾਈ ਮੰਝ ਜੀ ਦੀ ਪ੍ਰੀਖਿਆ ਹੀ ਇਹੋ ਜਿਹੀ ਲੈਣੀ ਮਹਾਰਾਜ ਨੇ। ਮਹਾਰਾਜ ਕਹਿਣ ਲੱਗੇ ਭਾਈ ਗੁਰਮੁਖਾ ਇੱਥੇ ਸਿਰ ਦੇਣਾ ਪੈਣਾ, ਤੇ ਜਦੋਂ ਸਿਰ ਦੇਣਾ ਤੇ ਸੀ ਵੀ ਨਹੀਂ ਕਰਨੀ। ਭਾਵ ਕੁਝ ਦੁੱਖ ਵੀ ਨਹੀਂ ਜ਼ਾਹਰ ਕਰਨਾ ਤੇ ਸਿਰ ਵੀ ਵਡਵਾਉਣਾ ਪੈਣਾ। ਹਾਂਜੀ। ਅਰ ਜਬ ਸਿੱਖ ਹਮਾਰੋ ਹੋਵੈ ਹੈ। ਮਹਾਰਾਜ ਕਹਿੰਦੇ ਫਿਰ ਹੋਰ ਸੁਣਦਾ, ਜਦੋਂ ਤੂੰ ਸਾਡਾ ਸਿੱਖ ਬਣਦਾ ਹੈ। ਹਾਂਜੀ। ਅਪ ਜਸ ਲਹੈ ਸਕਲ ਧਨ ਖੋਵੈ ਹੈ। ਸਾਰੇ ਲੋਕਾਂ ਨੇ ਤੇਰੀ ਬੇਇੱਜ਼ਤੀ ਕਰਨੀ ਹੈ, ਤੇਰੇ ਕੋ ਮਾਇਆ ਨਹੀਂ ਰਹਿਣੀ। ਅਸਲ 'ਚ ਮਹਾਰਾਜ ਭਾਈ ਮੰਝ ਦੇ ਦੁੱਖ ਕੱਟਣੇ ਦੀ ਇਸ ਤਰੀਕੇ ਨਾਲ। ਹਾਂਜੀ। ਕੁੱਲ ਕੇ ਲੋਗ ਕਰੈ ਉਪਹਾਸ। ਤੇਰੇ ਸ਼ਰੀਕੇ ਦੇ ਲੋਕ ਹੋ ਸਕਦੇ ਤੇਰਾ ਮਜ਼ਾਕ ਵੀ ਉਡਾਉਣਾ। ਹਾਂਜੀ। ਨਹੀਂ ਬੈਠਵੇ ਦੇ ਨਿਜ ਪਾਸ। ਇੱਥੋਂ ਤੱਕ ਤੈਨੂੰ ਲਾਗੇ ਵੀ ਨਹੀਂ ਕਿਸੇ ਨੇ ਬਹਿਣ ਦਿਆ ਕਰਨਾ। ਹੁਣ ਵੇਖੋ ਇੱਕ ਬੰਨੇ ਇੰਨਾ ਵੱਡਾ ਚੌਧਰੀ, ਇੱਕ ਬੰਨੇ ਉਹਨੂੰ ਲਾਗੇ ਵੀ ਨਾ ਬੰਦਾ ਬਹਿਣ ਦਵੇ ਜੀ, ਬੜੀ ਵੱਡੀ ਗੱਲ ਹੈ। ਮਹਾਰਾਜ ਕਹਿਣ ਲੱਗੇ ਤੈਨੂੰ ਫਿਰ ਲਾਗੇ ਵੀ ਨਹੀਂ ਉਹ ਬਹਿਣ ਦੇਣਾ ਕਿਸੇ ਨੇ। ਏਤੀ ਬਾਤ ਸਹੋ ਮਨ ਲਾਏ। ਜੇ ਤੂੰ ਇਹ ਸਭ ਕੁਝ ਸਹਿ ਲਿਆ, ਹਾਂਜੀ, ਤੋ ਹਮਰੋ ਸਿੱਖ ਹੂਜਹਿ ਆਏ। ਫਿਰ ਆ ਕੇ ਸਾਡਾ ਸਿੱਖ ਬਣ ਜੀ ਕਹਿਣ ਲੱਗੇ। ਉਹਨਾਂ ਚਿਰ ਤੂੰ ਸਿੱਖ ਨਹੀਂ ਬਣਨਾ। ਸੰਗਤ ਜੀ ਸ਼ੁਕਰ ਕਰਿਆ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਦਾ, ਸਾਨੂੰ ਸਿੱਖਾਂ ਦੇ ਘਰ 'ਚ ਜਨਮ ਮਿਲਿਆ। ਅਸੀਂ ਜੰਮਦੇ ਹੀ ਸਿੱਖ ਹੈਗੇ ਆ ਜੀ। ਵੇਖ ਲਓ ਭਾਈ ਮੰਝ ਜੀ ਨੇ ਸਿੱਖੀ ਲੈਣੀ ਤੇ ਕਈ ਕੁਝ ਕਰਨਾ ਪਿਆ ਜੀ ਉਹਨਾਂ ਨੂੰ ਫਿਰ। ਹਾਂਜੀ। ਨਾਹੇ ਤਾਂ ਸੇਵਹੁ ਪੀਰ ਮੁਕਾਮੂ। ਮਹਾਰਾਜ ਕਹਿੰਦੇ ਜੇ ਤੂੰ ਇਹ ਸਭ ਕੁਝ ਨਹੀਂ ਕਰ ਸਕਦਾ ਤੇ ਕੋਈ ਗੱਲ ਨਹੀਂ, ਤੂੰ ਆਪਣੇ ਪੀਰ ਨੂੰ ਮੰਨੀ ਜਾ। ਹਾਂਜੀ। ਸਿੱਖੀ ਕੋ ਲੀਜੈ ਨਹਿ ਕਾਮੂ। ਸਿੱਖੀ ਨਾਲ ਤੇਰਾ ਕੋਈ ਮਤਲਬ ਨਹੀਂ ਹੈਗਾ ਕਹਿਣ ਲੱਗੇ। ਸਿੱਖੀ ਨਾਲ ਤੇਰਾ ਫਿਰ ਕੋਈ ਮਤਲਬ ਨਹੀਂ। ਹਾਂਜੀ। ਰੱਖੋ ਧਨ ਕੁੱਲ ਕੀ ਵਡਿਆਈ। ਮਹਾਰਾਜ ਕਹਿੰਦੇ ਮਾਇਆ ਵੀ ਰੱਖ, ਤੇਰੀ ਕੁੱਲ ਉੱਚੀ ਰਾਜਪੂਤ ਹੈ ਨਾ, ਆਪਣੇ ਕੁੱਲ ਦੀ ਵੀ ਵਡਿਆਈ ਰੱਖ। ਹਾਂਜੀ। ਸਿੱਖੀ ਧਰ ਕਿਉਂ ਲੈਣ ਦੁੱਖ ਪਾਈ। ਸਿੱਖੀ ਵਿੱਚ ਤੇ ਦੁੱਖ ਮਿਲਣਗੇ, ਤੇ ਦੁੱਖ ਲੈ ਕੇ ਕੀ ਕਰੇਗਾ ਸਿੱਖੀ ਲੈ ਕੇ। ਸੰਗਤ ਜੀ ਚੇਤਾ ਰੱਖਿਓ, ਇੱਕ ਗੁਰਮੁਖ ਪਿਆਰੇ ਮਹਾਪੁਰਖ ਰੱਬ ਦਾ ਬਹੁਤ ਨਾਮ ਜਪਣ ਵਾਲੇ ਕਥਾ ਕਰ ਰਹੇ, ਉਹਨਾਂ ਬਚਨ ਸੁਣਾਇਆ। ਕਹਿਣ ਲੱਗੇ ਭਾਈ ਪਿਆਰਿਓ ਚੇਤਾ ਰੱਖਿਓ, ਦੁੱਖ ਤੇ ਸੁੱਖ ਕਰਮਾਂ ਵਸ ਸਾਨੂੰ ਮਿਲੇ ਨੇ। ਦੁੱਖ ਵੀ ਮਿਲਿਆ
ਸੁੱਖ ਵੀ ਮਿਲਿਆ। ਹਾਂਜੀ, ਤੇ ਜੇ ਪਹਿਲਾਂ ਦੁੱਖ ਮਿਲ ਗਏ ਨਾ, ਸਮਝਿਆ ਕਰੋ ਸ਼ੁਕਰ ਹੈ, ਇਹ ਦੁੱਖ ਮਹਾਰਾਜ ਸਾਡੇ ਕੱਟ ਰਹੇ ਨੇ, ਅੱਗੇ ਸੌਖੀ ਨੇ। ਹਾਂਜੀ, ਅੱਗੇ ਸੌਖੀ ਨੇ। ਇਸ ਕਰਕੇ ਜੇ ਕਿਤੇ ਦੁੱਖ ਆ ਵੀ ਜਾਵੇ ਤੇ ਗੁਰੂ ਕੇ ਪਿਆਰੇ ਘਬਰਾਉਂਦੇ ਨਹੀਂ ਹੈਗੇ ਜੀ। ਉਹ ਕਹਿੰਦੇ ਇਹ ਫਾਈਲਾਂ ਮੁੱਕਣ ਦਈਆਂ ਨੇ, ਇਹ ਮਹਾਰਾਜ ਮੁਕਾ ਰਹੇ ਨੇ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਕੀ ਫਾਇਦਾ ਸਿੱਖ ਬਣਨ ਦਾ, ਬੜੇ ਦੁੱਖ ਆਉਣੇ ਤੈਨੂੰ। ਇਹ ਕਹਿੰਦੇ ਇਹਨੂੰ ਪਤਾ ਕੀ ਕਹਿੰਦੇ, ਘੜਾ ਟਣਕਾ ਕੇ ਵੇਖਣਾ। ਬਸ ਇਹੋ ਹੀ ਹੈ, ਅੱਜ ਆਪਾਂ ਅੰਮ੍ਰਿਤ ਤੇ ਛਕਾ ਦਿੰਦੇ ਆ, ਪਰ ਘੜਾ ਟਣਕਾ ਕੇ ਨਹੀਂ ਵੇਖਦੇ। ਥੋੜੇ ਚਿਰ ਬਾਅਦ ਉਹ ਬੰਦਾ ਸ਼ਾਹੀ ਮਾਈ ਹੋਇਆ ਹੁੰਦਾ ਜੀ, ਉਹ ਨਿਤਨੇਮ ਵੀ ਨਹੀਂ ਕਰਦਾ ਜੀ। ਉਦੋਂ ਹੁੰਦਾ ਵੀ ਛੇਤੀ ਛੇਤੀ ਇਹਨੂੰ ਅੰਮ੍ਰਿਤ ਛਕਾ ਦਿੱਤਾ ਜਾਵੇ, ਆਪਣੀ ਗਿਣਤੀ ਵਧਾ ਲਈਏ। ਗੁਰੂ ਅਰਜਨ ਸਾਹਿਬ ਗਿਣਤੀ ਵਧਾਉਣ ਦੇ ਚੱਕਰ 'ਚ ਨਹੀਂ ਸਨ, ਉਹ ਸਿੱਖਾਂ ਦੇ ਵਿੱਚ ਗੁਣ ਪੈਦਾ ਕਰਦੇ ਸਨ ਜੀ। ਗੁਣ ਜਿਹੜੇ ਆ ਨਾ, ਉਹ ਫਿਰ ਮਾਰ ਖਾ ਕੇ ਆਉਂਦੇ ਬੰਦੇ ਨੂੰ ਜੀ। ਅੰਮ੍ਰਿਤ ਬਹੁਤ ਵੱਡੀ ਦਾਤ ਹੈ, ਬਹੁਤ ਵੱਡੀ ਦਾਤ ਹੈ। ਤੇ ਵੇਖੋ, ਮਾੜੀ ਮੋਟੀ ਪਦਵੀ ਮਿਲਣੀ ਹੋਵੇ ਕਿਸੇ ਬੰਦੇ ਨੂੰ, ਪਹਿਲਾਂ ਉਹਨੂੰ ਟ੍ਰੇਨਿੰਗ ਕਰਾਉਂਦੇ ਆ ਜੀ। ਉਹ ਟ੍ਰੇਨਿੰਗ ਹੁੰਦੀ ਹੈ, ਫਿਰ ਜਾ ਕੇ ਉਹਨੂੰ ਉਹ ਪਦਵੀ, ਉਹ ਪੋਸਟ ਮਿਲਦੀ ਹੈ। ਸਾਡੇ ਏਡੀ ਵੱਡੀ ਦਾਤ ਦਿੰਦੇ, ਕਿਸੇ ਨੂੰ ਕੋਈ ਟ੍ਰੇਨਿੰਗ ਨਹੀਂ ਕਰਾਉਂਦੇ ਜੀ, ਕਿਸੇ ਨੂੰ ਕੋਈ ਟ੍ਰੇਨਿੰਗ ਨਹੀਂ ਕਰਾਉਂਦੇ। ਮਹਾਰਾਜ ਨੇ ਟ੍ਰੇਨਿੰਗ ਕਰਾਉਣੀ ਸੱਚੇ ਪਾਤਸ਼ਾਹ ਜੀ। ਮਹਾਰਾਜ ਕਹਿੰਦੇ ਮੰਝ ਛੱਡ ਖਹਿੜਾ ਸਿੱਖੀ ਦਾ, ਕੋਈ ਲਾਭ ਨਹੀਂ ਹੋਣਾ ਤੈਨੂੰ। ਹਾਂਜੀ, ਸੁਨ ਕੈ ਇਮ ਬਾਕਨ ਗੁਰ ਪਾਸ। ਇਹ ਤੇ ਮਹਾਰਾਜ ਜਾਣ ਕੇ ਕਹਿ ਰਹੇ ਸਨ, ਘੜਾ ਟਣਕਾ ਰਹੇ ਸਨ। ਭਾਈ ਮੰਝ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਸੁਣ ਕੇ ਅੰਜੁਲ ਬਾਂਧ ਕੀਨ ਅਰਦਾਸ। ਦੋਵੇਂ ਹੱਥ ਜੋੜ ਲਏ ਉਹਨਾਂ ਨੇ ਜੀ। ਆਪ ਜੀ ਵੀ ਜੋੜੋ, ਆਖੋ ਵਾਹਿਗੁਰੂ ਵਾਹਿਗੁਰੂ। ਦੋਵੇਂ ਹੱਥ ਜੋੜ ਲਏ, ਹੱਥ ਜੋੜ ਕੇ ਅਰਦਾਸ ਕੀਤੀ, ਬੇਨਤੀ ਕੀਤੀ। ਜਬ ਕੋ ਰਾਵਰ ਦਰਸ਼ਨ ਜੋਵਾ। ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਜਦੋਂ ਦੇ ਮੈਂ ਤੁਹਾਡੇ ਹੁਣ ਦਰਸ਼ਨ ਕਰ ਲਏ ਨੇ ਨਾ, ਹਾਂਜੀ, ਸੁਨਬੋ ਸ਼ਰੁਤ ਵਾਕਨ ਕੋ ਹੋਵਾ। ਮੈਨੂੰ ਇਉਂ ਲੱਗਦਾ ਜਿਵੇਂ ਮੈਨੂੰ ਸਭ ਗਿਆਨ ਪ੍ਰਾਪਤ ਹੋ ਗਿਆ ਜਦੋਂ ਦਾ ਮੈਂ ਤੁਹਾਡੀ ਬਾਣੀ ਸੁਣੀ ਹੈ। ਹਾਂਜੀ, ਤਬ ਕੋ ਮਨ ਹਮਰੋ ਹਟ ਗਯੂ। ਉਸ ਵੇਲੇ ਦਾ ਹੀ, ਜਦੋਂ ਦੀ ਮੈਂ ਤੁਹਾਡੀ ਬਾਣੀ ਸੁਣੀ ਨਾ, ਮੇਰਾ ਤੇ ਉਦੋਂ ਦਾ ਹੀ ਮਨ ਸਰਵਰੀਆਂ ਤੋਂ ਹਟ ਗਿਆ ਸੀ ਮਹਾਰਾਜ। ਉਦੋਂ ਦਾ ਹੀ ਮਨ ਹਟ ਗਿਆ। ਅਸਲ 'ਚ ਬਾਣੀ ਸੁਣਦਿਆਂ ਸਾਰੀ ਭਗਤੀ ਪ੍ਰਗਟ ਹੋ ਗਈ ਨਾ ਜੀ ਪਿਛਲੀ। ਹਾਂਜੀ, ਹਿਰਦੈ ਵਿਚਾਰਤ ਲੱਜਤ ਭਇਓ। ਜਦੋਂ ਮਹਾਰਾਜ ਮੈਂ ਸੋਚਦਾ ਵੀ ਮੈਂ ਸਰਵਰੀਆਂ, ਤੇ ਮਹਾਰਾਜ ਫਿਰ ਮੈਨੂੰ ਸ਼ਰਮ ਆਉਂਦੀ ਹੈ, ਸ਼ਰਮ ਆਉਂਦੀ ਹੈ। ਹਾਂਜੀ, ਸਰਵਰ ਤੁਰਕ ਨਾ ਅਜ਼ਮਤ ਜਾਹੀ। ਹਾਂਜੀ, ਦੇਖਾ ਦੇਖੀ ਨਰ ਜਗ ਮਾਹੀ। ਮਹਾਰਾਜ ਮੈਂ ਉਹਨਾਂ ਦਾ ਮੁਖੀ ਬਣ ਕੇ ਵੇਖ ਲਿਆ। ਚੌਧਰੀ ਸੀ ਨਾ ਸਰਵਰੀਆਂ ਦੇ। ਮਹਾਰਾਜ ਇਹ ਸਭ ਲੋਕ ਜਿਹੜੇ ਮਗਰ ਲੱਗੇ ਆ ਨਾ, ਇਹ ਵੇਖੋ ਵੇਖੀ ਲੱਗੇ ਹੋਏ ਨੇ। ਕੋਈ ਕਲਾ ਨਹੀਂ, ਕੋਈ ਸ਼ਕਤੀ ਨਹੀਂ ਹੈਗੀ, ਵੇਖੋ ਵੇਖੀ ਲੱਗੇ ਜੀ। ਇੱਕ ਘਰ ਦੀਵਾ ਜਗਾਉਣ ਲੱਗਾ, ਦੂਜੇ ਨੇ ਵੀ ਜਗਾ ਲਿਆ, ਤੀਜੇ ਨੇ ਵੀ ਜਗਾ ਲਿਆ। ਤੇ ਸੱਚੀ ਗੱਲ 'ਚ ਇਹੋ ਜਿਹੇ ਬੰਦਿਆਂ ਨੂੰ ਲੈਣ ਤੇ ਲਿਆਉਣਾ ਵੀ ਬੜਾ ਔਖਾ ਹੁੰਦਾ ਹੈ ਜੀ। ਹਾਂਜੀ, ਸੀਸ ਨਿਵਾਮਹਿ ਤੁਰਕ ਅਗਾਰੀ। ਮਹਾਰਾਜ ਨੂੰ ਭਾਈ ਮੰਝ ਜੀ ਕਹਿ ਰਹੇ, ਕਹਿੰਦੇ ਮਹਾਰਾਜ ਤੁਰਕਾਂ ਦੇ ਅੱਗੇ ਸਿਰ ਨਵਾਉਂਦੇ ਜੇ। ਹਾਂਜੀ, ਖੋਏ ਧਰਮ ਨਰ ਤਨ ਦੇ ਹਾਰੀ। ਆਪਣਾ ਧਰਮ ਵੀ ਗਵਾ ਲੈਂਦੇ। ਉਹ ਰਾਜਪੂਤ ਦਾ ਮਤਲਬ ਹੁੰਦਾ ਹਿੰਦੂ। ਭਾਈ ਮੰਝ ਜੀ ਹਿੰਦੂ ਸਨ, ਪਰ ਘਰ 'ਚ ਚਿਰਾਗ ਬਾਲਦੇ, ਦੀਵਾ ਬਾਲਦੇ, ਤੁਰਕਾਂ ਅੱਗੇ ਮੱਥਾ ਟੇਕਦੇ ਸੀ। ਮਹਾਰਾਜ ਮੈਂ ਤੇ ਆਪਣਾ ਵੀ ਧਰਮ ਗਵਾ ਬੈਠਾ। ਹਾਂਜੀ, ਹਮ ਹਿੰਦੂ ਉੱਤਮ ਤਨ ਪਾਏ। ਨੀਚ ਮਲੇਸ਼ਾਂ ਸੀਸ ਨਿਵਾਏ। ਮਹਾਰਾਜ ਹਿੰਦੂਆਂ ਦੇ ਘਰ 'ਚ ਮੇਰਾ ਜਨਮ ਹੋਇਆ, ਤੇ ਮਹਾਰਾਜ ਵੇਖੋ ਮੈਂ ਨੀਚਾਂ ਨੂੰ, ਮਲੇਸ਼ਾਂ ਨੂੰ ਮੱਥਾ ਟੇਕ ਰਿਹਾ। ਦੇਖੋ ਮੇਰੀ ਬੇਨਤੀ ਹੈ, ਜਿਹੜੇ ਮਾੜੇ ਮੋਟੇ ਇਸ ਬੰਨੇ ਲੱਗਦੇ, ਉਹਨਾਂ ਨੂੰ ਹਿਲਾਉਣਾ ਬੜਾ ਔਖਾ ਹੋ ਜਾਂਦਾ ਜੀ। ਸਮਰੱਥਾਵਾਨ ਸ਼ਕਤੀ ਵਾਲਾ ਬੰਦਾ ਉਹਨਾਂ ਨੂੰ ਖਹਿੜਾ ਛਡਾ ਦਿੰਦਾ। ਭੂਤਾਂ ਨੂੰ ਸੇਵ ਕੇ ਬੰਦਾ ਭੂਤ ਹੀ ਬਣਦਾ ਹੈ ਜੀ, ਬਸ ਚੇਤਾ ਰੱਖਿਓ।
ਵੀਰ ਵਾਰ ਵੀਰ ਭਰਮ ਭੁਲਾਏ। ਮਹਾਰਾਜ ਬਾਣੀ ਚ ਲਿਖਦੇ ਜੀ, ਵੀਰਵਾਰ ਹੀ ਆ ਨਾ ਬਹੁਤਾ ਇਹਨਾਂ ਦਾ ਕੰਮ। ਮਹਾਰਾਜ ਕਹਿੰਦੇ ਇਹ ਭਰਮ ਦੇ ਵਿੱਚ ਭੁੱਲੇ ਹੋਏ ਲੋਕ ਨੇ, ਭੁੱਲੇ ਹੋਏ ਲੋਕ ਨੇ। ਹਾਂਜੀ, ਉਹ ਮੁਕਤ ਨਹੀਂ ਹੋਏ ਹੁੰਦੇ ਜੀ। ਜਿਨ੍ਹਾਂ ਨੂੰ ਇਹ ਮੰਨਦੇ ਪੂਜਦੇ ਉਹ ਮੁਕਤ ਨਹੀਂ ਹੋਏ ਹੁੰਦੇ। ਜਿਸ ਲਾਈਨ 'ਚ ਉਹ ਲੱਗੇ ਹੁੰਦੇ ਆ ਉਸੇ ਲਾਈਨ 'ਚ ਚੇਲੇ ਲੱਗ ਜਾਂਦੇ ਨੇ ਜੀ। ਹਾਂਜੀ, ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਆਪ ਵੱਡੇ ਮਾਲਕ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਹ ਕਹਿੰਦੇ ਮਹਾਰਾਜ ਐਵੇਂ ਮਲੇਸ਼ਾਂ ਨੂੰ ਮੱਥਾ ਟੇਕਦਾ ਰਿਹਾ ਹੁਣ ਤੱਕ। ਹਾਂਜੀ, ਇਸ ਤੇ ਪਰੇ ਅਧਰਮ ਨਾ ਔਰ, ਇਹਦੇ ਤੋਂ ਵੱਧ ਮਾੜਾ ਕੰਮ ਕੀ ਹੋ ਸਕਦਾ ਸੱਚੇ ਪਾਤਸ਼ਾਹ। ਹਾਂਜੀ, ਲਹੈ ਸਜਾਏ ਨਰਕ ਕੀ ਠੌਰ, ਨਰਕਾਂ ਵਿੱਚ ਪੈ ਕੇ ਇਹ ਲੋਕ ਸਜ਼ਾਵਾਂ ਪ੍ਰਾਪਤ ਕਰਦੇ ਜੀ। ਵੇਖੋ ਨਾ ਜੀ, ਰੱਬ ਦਾ ਤੇ ਨਾਮ ਹੈ ਹੀ ਨਹੀਂ ਉਹਦੇ 'ਚ, ਪਰਮੇਸ਼ਰ ਵਾਲਾ ਪਾਸਾ ਤੇ ਨਹੀਂ ਹੈਗਾ ਜੀ। ਹਾਂਜੀ, ਦੋਖੀ ਗਊ ਅਨਿਕ ਨਿਤ ਜੋਈ, ਹਾਂਜੀ, ਦੇਵੀ ਦੇਵ ਨ ਮੰਨ ਹੈ ਕੋਈ। ਮਹਾਰਾਜ ਉਲਟਾ ਗਾਵਾਂ ਵੱਢਦੇ ਹੈ, ਕੋਈ ਕਹੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ। ਹਾਂਜੀ, ਮਹਾ ਕੁਚੀਲ ਨਾ ਸੁਚ ਕੋ ਲੇਸ਼, ਕੁਚੀਲ ਜਿਹੇ ਹੀ ਰਹਿੰਦੇ ਆ, ਸੁਚਮਤਾ ਵੀ ਨਹੀਂ ਰੱਖਦੇ ਫਿਰ ਮਹਾਰਾਜ। ਆਦ ਚੰਡਾਲ ਜੇ ਰਲੈ ਅਸ਼ੇਸ਼, ਤੇ ਮਹਾਰਾਜ ਚੰਡਾਲ ਬਣ ਕੇ ਸਾਰੇ ਰਲੇ ਹੁੰਦੇ ਆ, ਗਾਵਾਂ ਨੂੰ ਮਾਰਦੇ, ਮੱਝਾਂ ਨੂੰ ਮਾਰਦੇ ਤੇ ਉਹਨਾਂ ਨੂੰ ਬਣਾ ਬਣਾ ਖਾਂਦੇ ਨੇ ਫਿਰ ਮਹਾਰਾਜ। ਮਹਾਰਾਜ ਮੈਂ ਤੇ ਸ਼ਰਮ ਕਰਦਾ ਹੁੰਦਾ ਸਾਂ ਵੀ ਮੈਂ ਕਿੰਨਾਂ ਦੇ ਮਗਰ ਲੱਗ ਗਿਆ। ਇਸ ਤਰ੍ਹਾਂ ਹੀ ਹੈ ਨਾ ਸੰਗਤ ਜੀ, ਇਸ ਤਰ੍ਹਾਂ ਕਰਦੇ ਆ। ਹਾਂਜੀ, ਏਕ ਮੇਕ ਹੋਏ ਸਭ ਮਿਲ ਖਾਵੈ, ਉੱਥੇ ਹੀ ਇੱਕੋ ਭਾਂਡੇ 'ਚ ਹੀ ਸਾਰੇ ਖਾਈ ਜਾਂਦੇ ਆ ਫਿਰ ਸੱਚੇ ਪਾਤਸ਼ਾਹ। ਹਾਂਜੀ, ਪੋਨੇ ਆਪਣੇ ਕੋ ਅਧਿਕ ਕਹਾਵੈ, ਤੇ ਉਤੋਂ ਆਪਣੇ ਆਪ ਨੂੰ ਫਿਰ ਵੱਡਾ ਸਮਝਦੇ ਆ। ਚੱਜ ਦਾ ਕੰਮ ਵੀ ਨਹੀਂ ਕੋਈ ਕਰਦੇ, ਆਪਣੇ ਆਪ ਨੂੰ ਵੱਡਾ ਵੀ ਸਮਝਦੇ ਆ। ਹਾਂਜੀ, ਨਹਿ ਨਾ ਪਾਕ ਤੇ ਕਰੈ ਗਿਲਾਨੇ, ਮਹਾਰਾਜ ਅਪਵਿੱਤਰਤਾਈ ਤੋਂ ਨਫ਼ਰਤ ਨਹੀਂ ਕਰਦੇ। ਹਾਂਜੀ, ਵੇਖੋ ਨਾ ਜੀ, ਖਾਣਾ ਪੀਣਾ ਬੰਦੇ ਦਾ ਪਵਿੱਤਰ ਹੋਵੇ, ਉਹਦਾ ਮਨ ਪਵਿੱਤਰ ਹੋਏਗਾ ਜੀ। ਇਹ ਬੜੀ ਵੱਡੀ ਇੱਕ ਥਿਊਰੀ ਹੈ। ਜੈਸਾ ਅੰਨ ਵੈਸਾ ਮਨ। ਸੱਚੀ ਸੁੱਚੀ ਕਮਾਈ ਦਾ ਸੁਚਮਤਾ ਨਾਲ, ਪਵਿੱਤਰਤਾ ਦੇ ਨਾਲ ਬਣਿਆ ਹੋਇਆ ਪ੍ਰਸ਼ਾਦਾ ਛਕ ਕੇ ਵੇਖੋ, ਤੁਹਾਡਾ ਪਾਠ ਨਿਤਨੇਮ ਵਿੱਚ ਮਨ ਜੁੜੇਗਾ ਜੀ। ਤੇ ਜਦੋਂ ਸੁਚਮਤਾ ਨਾਲ ਨਹੀਂ ਬਣਿਆ, ਮੈਲ ਕਚੈਲ ਹੈ, ਮਲੀਨਤਾ ਹੈ, ਫਿਰ ਤੁਸੀਂ ਰੱਬ ਰੱਬ ਕਰਕੇ ਵੇਖੋ, ਧਿਆਨ ਨਹੀਂ ਲੱਗਣਾ। ਮਹਾਰਾਜ ਅਪਵਿੱਤਰਤਾਈ ਨੂੰ ਤੋਂ ਨਫ਼ਰਤ ਨਹੀਂ ਕਰਦੇ। ਹਾਂਜੀ, ਹਿੰਦੂ ਧਰਮ ਕਿਆ ਇਨ ਜੋ ਮਾਨੇ, ਮਹਾਰਾਜ ਮੇਰਾ ਧਰਮ ਤੇ ਹੋਰ ਸੀ, ਪਤਾ ਨਹੀਂ ਮੈਂ ਇਹਨਾਂ ਮਗਰ ਕਿਉਂ ਲੱਗ ਗਿਆ। ਕੋਈ ਕਰਮ ਹੁੰਦੇ ਆ ਨਾ ਸਾਧ ਸੰਗਤ ਜੀ। ਹਾਂਜੀ, ਇਮ ਵਿਚਾਰ ਕਹਿ ਹਮ ਮਨ ਮਾਹੀ, ਮਾਨਤ ਰਹੇ ਸੋ ਅਬ ਪਛਤਾਹੀ। ਗਰੀਬ ਨਵਾਜ ਸੱਚੇ ਪਾਤਸ਼ਾਹ, ਮੈਂ ਇਹੋ ਹੀ ਵਿਚਾਰ ਕਰਦਾ ਕਰਦਾ ਹੁਣ ਤੱਕ ਸ਼ਰਮਾਉਂਦਾ ਹੁੰਨਾ ਸਾਂ, ਆਪਣੇ ਆਪ 'ਚ ਝੂਰਦਾ ਹੁੰਨਾ ਸਾਂ, ਮੈਂ ਕਿਹੜੇ ਪਾਸੇ ਤੁਰ ਪਿਆ। ਸੰਗਤ ਜੀ, ਇਹ ਸਾਰਾ ਕੁਝ ਕਿਉਂ ਹੋਇਆ? ਭਾਈ ਮੰਝ ਦੀ ਪਿਛਲੇ ਜਨਮਾਂ ਦੀ ਭਗਤੀ ਸੀਗੀ ਜੀ। ਪ੍ਰੇਮ ਨਾਲ ਕਹੋ ਵਾਹਿਗੁਰੂ। ਕਿਉਂ ਹੋਇਆ ਜੀ? ਪਿਛਲੇ ਜਨਮਾਂ ਦੀ ਭਗਤੀ ਸੀ। ਜਿਨ੍ਹਾਂ ਦੀ ਭਗਤੀ ਨਹੀਂ, ਉਹ ਅੱਜ ਵੀ ਫਸੇ ਨੇ ਜੀ। ਉਹ ਅੱਜ ਵੀ ਫਸੇ, ਉਹਨਾਂ ਨੂੰ ਕੱਢਣਾ ਬੜਾ ਔਖਾ ਹੈਗਾ ਜੀ। ਉਹ ਤੇ ਸਗੋਂ ਮੰਨਦੇ ਹੀ ਇਹਨਾਂ ਨੂੰ, ਮੈਂ ਤੇ ਕਰੋੜ ਕਰੋੜ ਮੰਨਦੇ ਆ ਜੀ। ਹਾਂਜੀ, ਜਿਨ੍ਹਾਂ ਦੀ ਭਗਤੀ ਨਹੀਂ, ਉਹਨਾਂ ਨੂੰ ਕੱਢਣਾ ਬੜਾ ਔਖਾ ਹੈਗਾ ਜੀ। ਸੋ ਭਾਈ ਮੱਝ ਜੀ ਕਹਿੰਦੇ, ਮਹਾਰਾਜ ਮੈਂ ਤੇ ਮਨੋਂ ਨਫ਼ਰਤ ਕਰਦਾ ਸਾਂ ਇਹਨਾਂ ਨਾਲ। ਹਾਂਜੀ, ਨਮਰ ਹੋਏ ਇਵ ਬਿਨੈ ਸੁਨਾਇਵ, ਪ੍ਰੇਮ ਅਧਿਕ ਲੋਚਨ ਜਲ ਛਾਇਵ। ਪਤਾ ਨਹੀਂ ਭਾਈ ਮੰਝ ਤੇ ਕਿਹੜੀ ਕਿਰਪਾ ਹੋਈ ਜੀ। ਭਾਈ ਮੰਝ ਜੀ ਇਹ ਬਚਨ ਕਰਦਿਆਂ ਕਰਦਿਆਂ ਤੇ ਬੈਰਾਗ ਹੀ ਕਰਨ ਲੱਗ ਪਏ ਜੀ। ਨੇਤਰਾਂ 'ਚ ਜਲ ਆਉਣਾ ਸ਼ੁਰੂ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਸਾਹਮਣੇ ਨੂੰ ਤਾਂ ਨੂੰ ਮੁੱਖ ਕਰਕੇ ਨਹੀਂ ਵੇਖਣ ਦੇ। ਭਾਈ ਮੰਝ ਜੀ ਨੇ ਸਿਰ ਹੀ ਨੀਵਾਂ ਕਰ ਲਿਆ ਜੀ। ਹਾਂਜੀ, ਪ੍ਰਭ ਜੀ ਆਏ ਸ਼ਰਨ ਤੁਮਹਾਰੀ, ਤੇ ਰੋ ਕੇ ਭਾਈ ਮੰਝ ਜੀ ਕਹਿੰਦੇ, ਮਹਾਰਾਜ ਮੈਂ ਤੇ ਤੁਹਾਡੀ ਸ਼ਰਨ ਵਿੱਚ ਆਇਆ ਮਹਾਰਾਜ।
ਹਾਂਜੀ ਦੇਹੋ ਸਿੱਖੀ ਹਮ ਲਖ ਅਧਿਕਾਈ। ਤੇ ਮੈਨੂੰ ਅਧਿਕਾਰੀ ਸਮਝੋ ਮਹਾਰਾਜ, ਮੈਨੂੰ ਉਸ ਚਿੱਕੜ ਚੋਂ ਕੱਢ ਲਓ, ਮੈਨੂੰ ਆਪਣਾ ਸਿੱਖ ਬਣਾ ਲਓ ਮਹਾਰਾਜ। ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ। ਵੇਖ ਲਓ ਜਦੋਂ ਬੰਦੇ ਦੀ ਭਗਤੀ ਜਾਗ ਜਾਵੇ। ਬੋਲੇ ਸ਼੍ਰੀ ਅਰਜਨ ਸੁਖ ਧਾਮੂ। ਪਿਆਰ ਨਾਲ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭਨਾਂ ਨੂੰ ਸੁਖ ਦੇਣ ਵਾਲੇ ਸਤਿਗੁਰੂ ਗਰੀਬ ਨਵਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਬਚਨ ਕਰਦੇ ਹਨ। ਪੂਰਬ ਸਰਵਰ ਢਾਹੋ ਮੁਕਾਮੂ। ਮਹਾਰਾਜ ਕਹਿਣ ਲੱਗੇ, ਮੰਝ ਜੇ ਸਾਡਾ ਸਿੱਖ ਬਣਨਾ ਫਿਰ ਜਿਹੜਾ ਘਰ ਵਿੱਚ ਪੀਰਖਾਨਾ ਬਣਾਇਆ ਉਹਨੂੰ ਢਾਹ ਦੇ ਜਾ ਕੇ। ਕਹਿਣ ਲੱਗੇ ਢਾਹ ਦੇ ਜਾ ਕੇ। ਹਾਂਜੀ ਪੁੰਨ ਆਵੋ ਸਤਿਗੁਰ ਸ਼ਰਨਾਈ। ਉਹ ਢਾਹ ਕੇ ਫਿਰ ਗੁਰੂ ਦੀ ਸ਼ਰਨ ਵਿੱਚ ਆ ਜਾ। ਕਹਿਣ ਲੱਗੇ ਇਤਿਹਾਸ 'ਚ ਲਿਖਿਆ ਸਤਿਗੁਰਾਂ ਆਖਿਆ ਸੀ ਸਿੱਖੀ ਤੇ ਸਿੱਖੀ ਨਹੀਂ ਟਿਕਣੀ। ਜਾਂ ਉਹਨਾਂ ਦਾ ਚੇਲਾ ਪੈ ਜਾ ਜਾਂ ਸਾਡਾ ਚੇਲਾ ਪੈ ਜਾ। ਇੱਥੋਂ ਤੱਕ ਸਾਧ ਸੰਗਤ ਦੀ ਰਹਿਤਨਾਮਿਆਂ ਦੇ ਬੋਲ ਨੇ। ਇਹ ਨਹੀਂ ਹੈ ਵੀ ਵੀਰਵਾਰ ਜਾ ਕੇ ਚੌਲ ਵੀ ਖਾਂਦੇ ਫਿਰੋ ਤੇ ਅੱਗੋਂ ਪਿੱਛੋਂ ਕੜਾਹ ਪ੍ਰਸ਼ਾਦ ਛਕਦੇ ਫਿਰੋ ਜੀ। ਹਾਂਜੀ ਜਹਾਂ ਤਹਾਂ ਕਾ ਜੋ ਛਕੇ ਪ੍ਰਸ਼ਾਦ ਸੋ ਸਿੱਖ ਮੇਰਾ ਨਹੀਂ ਆਦ ਜੁਗਾਦ। ਹਾਂਜੀ ਇਹ ਨਹੀਂ ਵੀ ਚੌਲ ਵਾਹਵਾ ਮਿਲਣ ਦੇ ਆ, ਮੁਕਤ ਚੌਲ ਮਿਲਣ ਦੇ ਆ, ਦੇਗ ਭਰੀ ਪਈ ਆ ਲੈ ਲਓ ਜਾ ਕੇ। ਨਹੀਂ, ਇਹ ਕੰਮ ਗੁਰੂ ਕੇ ਸਿੱਖਾਂ ਦੇ ਨਹੀਂ ਹੈਗੇ ਜੀ। ਗੁਰੂ ਦੇ ਸਿੱਖਾਂ ਦੇ ਨਹੀਂ ਹੈਗੇ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਹੁਕਮਨਾਮਾ ਹੈ, ਸਿੱਖ ਨਹੀਂ ਛਕਦੇ ਜੀ, ਨਹੀਂ ਛਕਦੇ। ਮਹਾਰਾਜ ਕਹਿਣ ਲੱਗੇ ਢਾਹ ਕੇ ਤੇ ਫਿਰ ਆ ਸਾਡੇ ਕੋਲ। ਹਾਂਜੀ ਕਰੇ ਗੁਨਾਹਾਂ ਲਿਓ ਬਖਸ਼ਾਈ। ਉਹ ਜਿਹੜੀਆਂ ਤੂੰ ਭੁੱਲਾਂ ਕੀਤੀਆਂ ਨੇ ਨਾ ਫਿਰ ਬਖਸ਼ੀਆਂ ਜਾਣਗੀਆਂ। ਹਾਂਜੀ ਹਵੈ ਕਰ ਸਿੱਖੀ ਕੇ ਅਧਿਕਾਰੀ। ਫਿਰ ਤੂੰ ਸਿੱਖੀ ਦਾ ਅਧਿਕਾਰੀ ਹੋ ਕੇ ਸਤਿਗੁਰ ਸੇਵ ਕਰੋ ਸੁਖਕਾਰੀ। ਫਿਰ ਸੇਵਾ ਕਰ। ਕਹਿਣ ਲੱਗੇ ਹਾਂਜੀ ਸੁਨ ਕਰ ਬਾਕ ਮੰਝ ਘਰ ਗਇਓ। ਫਿਰ ਸਭ ਕੁਝ ਢਾਹ ਕੇ ਕਰ ਕਰਾ ਕੇ ਸੇਵਾ ਕਰ ਤੇ ਫਿਰ ਸਿੱਖੀ ਦਿਆਂਗੇ ਤੈਨੂੰ। ਟ੍ਰੇਨਿੰਗ ਹੈ ਨਾ। ਚੇਤਾ ਰੱਖਿਓ ਜਿਹੜਾ ਸਕੂਲ ਹਰ ਇੱਕ ਬੱਚੇ ਨੂੰ ਪਾਸ ਦਾ ਸਰਟੀਫਿਕੇਟ ਦਈ ਜਾਵੇ ਨਾ, ਇੱਕ ਦਿਨ ਉਹ ਸਕੂਲ ਬੰਦ ਹੋ ਜਾਂਦਾ ਜੀ। ਹਾਂਜੀ ਕਿਉਂ? ਬੱਚਿਆਂ ਦੇ ਪੱਲੇ ਹੀ ਕੁਝ ਨਹੀਂ ਹੈਗਾ ਜੀ। ਵਿਦਿਆਰਥੀਆਂ ਦੇ ਪੱਲੇ ਕੁਝ ਨਹੀਂ ਹੈਗਾ। ਲੋਕਾਂ ਨੂੰ ਪਤਾ ਲੱਗ ਜਾਣਾ ਉਹਨਾਂ ਆਪਣੇ ਵਿਦਿਆਰਥੀ ਬੱਚੇ ਨਹੀਂ ਪਾਉਣੇ। ਬਸ ਇਸੇ ਤਰ੍ਹਾਂ ਜਦੋਂ ਆਪਾਂ ਧੜਾ ਧੜ ਕਰਦੇ ਆ ਨਾ ਵੀ ਬਸ ਛੇਤੀ ਛੇਤੀ ਕਰੀ ਜਾਓ, ਟ੍ਰੇਨਿੰਗ ਕਿਸੇ ਨੂੰ ਦਿਓ ਹੀ ਨਾ, ਫਿਰ ਕੋਈ ਫਾਇਦਾ ਨਹੀਂ। ਪਹਿਲਾਂ ਟ੍ਰੇਨਿੰਗ ਦਿਓ ਅਗਲੇ ਨੂੰ, ਫਿਰ ਜਾ ਕੇ ਸਿੱਖੀ ਜਦੋਂ ਪਰਪੱਕਤਾ ਹੁੰਦੀ ਹੈ ਫਿਰ ਜਾ ਕੇ ਅੰਮ੍ਰਿਤ ਦੀ ਦਾਤ ਉਹ ਲਵੇ। ਅੰਮ੍ਰਿਤ ਦੀ ਦਾਤ ਵਾਸਤੇ ਤੇ ਬੰਦਾ ਤਰਲੇ ਮਾਰੇ ਤੇ ਫਿਰ ਜਾ ਕੇ ਦੇਣੀ ਚਾਹੀਦੀ ਹੈ ਜੀ। ਕਿਉਂ? ਇਹ ਦਾਤ ਬੜੀ ਵੱਡੀ ਹੈ। ਬੰਦਾ ਤਰਲੇ ਮਾਰੇ ਗੁਰੂ ਅੱਗੇ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਂ ਵੀ ਅੰਮ੍ਰਿਤ ਛਕਣਾ ਹੈ। ਹਾਂਜੀ ਜਦੋਂ ਤਰਲੇ ਮਾਰਦਾ ਫਿਰ ਕਿਰਪਾ ਹੁੰਦੀ ਹੈ ਜੀ। ਹਾਂਜੀ ਬਾਬਾ ਮਿੱਤ ਸਿੰਘ ਜੀ ਨਿਹੰਗ ਸਿੰਘ ਹੋਏ ਆ, ਉਹਨਾਂ ਦਾ ਜੀਵਨ ਜਿਹੜਾ ਹਜੂਰ ਸਾਹਿਬ ਲੰਘਿਆ ਜੀ। ਬੜੇ ਵੱਡੇ ਮਹਾਂਪੁਰਖ ਹੋਏ ਜੀ। ਲੁਧਿਆਣੇ ਦੇ ਲਾਗੇ ਇੱਕ ਨਗਰ 'ਚ ਉਹਨਾਂ ਦਾ ਜਨਮ ਹੋਇਆ ਜੀ। ਪਰਿਵਾਰ 'ਚ ਗੁਰਸਿੱਖੀ ਵਾਲਾ ਮਾਹੌਲ ਸੀ ਤੇ ਅਜੇ ਛੋਟੇ ਬੱਚੇ ਸਨ। ਕਹਿੰਦੇ ਮੈਨੂੰ ਅੰਮ੍ਰਿਤ ਛਕਾਓ। ਮਾਂ ਪਿਓ ਕਹਿਣ ਲੱਗੇ ਵੱਡਾ ਹੋ ਫਿਰ ਛਕਾਵਾਂਗੇ ਅੰਮ੍ਰਿਤ। ਭਾਗ ਸਨ ਨਾ, ਬਾਰ-ਬਾਰ ਟਿਕ ਟਿਕੀ ਲੱਗੀ ਹੋਈ ਸੀ। ਉਹ ਮਾਂ ਪਿਓ ਚਾਹੁੰਦੇ ਸਨ ਵੀ ਅਜੇ ਭਾਂਡਾ ਜਿਹੜਾ ਹੈ ਨਾ ਹੋਰ ਪੱਕਾ ਹੋ ਜਾਏ, ਹੋਰ ਪੱਕਾ ਹੋ ਜਾਏ। ਪਰ ਉਹਨਾਂ ਦੀ ਪਿਛਲੇ ਜਨਮਾਂ ਦੀ ਬੜੀ ਭਗਤੀ ਸੀ। ਇੱਕ ਦਿਨ ਸਾਧ ਸੰਗਤ ਜੀ ਘਰੋਂ ਨਿਕਲੇ ਤੇ ਰਕਬੇ ਪਿੰਡ 'ਚ ਜਾਂਦੇ ਹੁੰਦੇ ਸਨ। ਉਹਨਾਂ ਸੋਚਿਆ ਵੀ ਸ਼ਾਇਦ ਰਕਬੇ ਗਏ ਆ। ਰਕਬੇ ਵਾਲਿਆਂ ਨੂੰ ਕੀ ਪਤਾ ਸੀ ਵੀ ਉਹ ਇੱਧਰ ਨੂੰ ਤੁਰਿਆ ਮਿੱਤ ਸਿੰਘ। ਸਾਧ ਸੰਗਤ ਜੀ ਉਹ ਰਸਤੇ 'ਚ ਜੰਗਲ ਵਿੱਚ ਹੀ ਬਹਿ ਗਏ ਜੀ। ਪਿੰਡ ਵਾਲੇ ਸੋਚਣ ਰਕਬੇ ਗਏ ਆ, ਰਕਬੇ ਵਾਲੇ ਸੋਚਣ ਪਿੰਡ ਹੀ ਹੈ। ਤੇ ਜਦੋਂ ਜੰਗਲ 'ਚ ਬਹਿ ਗਏ ਰੋਣ ਲੱਗ ਪਏ ਉੱਚੀ ਉੱਚੀ, ਮਹਾਰਾਜ ਮੈਨੂੰ ਅੰਮ੍ਰਿਤ ਛਕਾ ਦਿਓ, ਮਹਾਰਾਜ
ਮੈਨੂੰ ਅੰਮ੍ਰਿਤ ਛਕਾ ਦਿਓ, ਮਹਾਰਾਜ ਮੈਨੂੰ ਅੰਮ੍ਰਿਤ ਛਕਾ ਦਿਓ। ਬੱਚੇ ਸਨ, ਇੰਨਾ ਜ਼ਿਆਦਾ ਰੋ ਰੋ ਕੇ ਅਰਦਾਸਾਂ ਕੀਤੀਆਂ, ਕਲਗੀਧਰ ਸੱਚੇ ਪਾਤਸ਼ਾਹ ਨੇ ਪ੍ਰਗਟ ਹੋ ਕੇ ਅੰਮ੍ਰਿਤ ਛਕਾਇਆ ਜੀ। ਫਿਰ ਜੀ ਮਹਾਰਾਜ ਕਿਰਪਾ ਕਰਦੇ ਹਨ। ਬੰਦਾ ਇਹ ਦਾਤ ਲੈਣ ਲਈ ਤਰਸੇ ਅੰਮ੍ਰਿਤ ਛਕਣ ਦੀ। ਫਿਰ ਜਦੋਂ ਅੰਮ੍ਰਿਤ ਛਕਦਾ ਫਿਰ ਛੇਤੀ ਕਿਰਪਾ ਹੋ ਜਾਂਦੀ ਹੈ। ਬਸ ਜਦੋਂ ਅਧਿਕਾਰੀ ਹੋ ਜਾਂਦਾ ਅੰਮ੍ਰਿਤ ਛਕਦਿਆਂ ਸਾਰੀ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਬੈਰਾਗ, ਵਿਵੇਕ, ਖੱਟ ਸਮਤੀ, ਮੋਕਸ਼ ਇੱਛਾ, ਜਦੋਂ ਇਹ ਸਾਰੇ ਗੁਣ ਸਿੱਖ ਵਿੱਚ ਆਉਂਦੇ ਆ, ਅਧਿਕਾਰੀ ਬਣਦਾ, ਫਿਰ ਅੰਮ੍ਰਿਤ ਛਕਣ ਲਈ ਪੰਜਾਂ ਦੇ ਸਾਹਮਣੇ ਬੁੱਕ ਕਰਦਾ, ਛਕਦਿਆਂ ਸਾਰ ਬ੍ਰਹਮ ਗਿਆਨੀ ਹੋ ਜਾਂਦਾ। ਇੰਨੀ ਵੱਡੀ ਇਹ ਦਾਤ ਹੈ, ਇਹਦੇ ਵਾਸਤੇ ਅਧਿਕਾਰੀ ਬਣਨਾ ਬਹੁਤ ਜ਼ਰੂਰੀ ਹੈ। ਇਹ ਗੱਲ ਥੋੜੀ ਸੱਚੀ ਹੈ, ਇਸ ਕਰਕੇ ਕਈਆਂ ਨੇ ਕਹਿਣਾ ਇਹ ਪੁੱਠਾ ਪ੍ਰਚਾਰ ਕਰਨ ਲੱਗ ਪਿਆ। ਪੁੱਠਾ ਪ੍ਰਚਾਰ ਕੋਈ ਨਹੀਂ, ਟ੍ਰੇਨਿੰਗ ਦੇਣੀ ਚਾਹੀਦੀ ਹੈ। ਮਹਾਰਾਜ ਘੜਾ ਟਣਕਾ ਰਹੇ ਹੈ ਸੱਚੇ ਪਾਤਸ਼ਾਹ। ਮਹਾਰਾਜ ਗਰੀਬ ਨਵਾਜ ਧੰਨ ਸੱਚੇ ਪਾਤਸ਼ਾਹ ਜੀ ਭਾਈ ਮੰਝ ਨੂੰ ਕਹਿਣ ਲੱਗੇ, ਇਸ ਤਰ੍ਹਾਂ ਕਰੇਗਾ ਫਿਰ ਸਿੱਖੀ ਦਾ ਅਧਿਕਾਰੀ ਬਣੇਗਾ ਤੂੰ। ਹਾਂਜੀ, ਸੁਣ ਕਰ ਬਾਕ ਮੰਝ ਘਰ ਗਇਓ। ਸੁਣ ਕੇ ਭਾਈ ਮੰਝ ਜੀ ਆਪਣੇ ਘਰ ਨੂੰ ਵਾਪਸ ਤੁਰ ਪਏ। ਤੁਰਕ ਮੁਕਾਮ ਸੋ ਢਾਹਤ ਭਇਓ। ਤੇ ਘਰ ਜਾਂਦਿਆਂ ਕਈ ਫੜੀ ਸੰਦ ਫੜੇ, ਉਹਨਾਂ ਸੰਦਾਂ ਦੇ ਨਾਲ ਜਿਹੜਾ ਤੁਰਕਾਂ ਦਾ ਘਰ ਵਿੱਚ ਪੀਰਖਾਨਾ ਬਣਾਇਆ ਸਾਰਾ ਕੁਝ ਢਾਹ ਦਿੱਤਾ ਜੀ। ਹਾਂਜੀ, ਸਰਲ ਹੋਏ ਸਤਿਗੁਰ ਸ਼ਰਨਾਈ। ਸਭ ਕੁਝ ਪੱਧਰਾ ਕਰਤਾ ਜੀ। ਉੱਥੋਂ ਸਰਲ ਹੋ ਕੇ ਅਰਦਾਸ ਕਰ ਦਿੱਤੀ, ਮਹਾਰਾਜ ਅੱਜ ਤੋਂ ਮੈਂ ਤੁਹਾਡੀ ਸ਼ਰਨ ਵਿੱਚ ਜੀ। ਹਾਂਜੀ, ਆਏ ਆਸ ਏਕ ਮਨ ਭਾਈ। ਮਹਾਰਾਜ ਹੁਣ ਤਾਂ ਮੈਨੂੰ ਤੁਹਾਡੀ ਹੀ ਆਸ ਹੈ, ਹੋਰ ਕਿਸੇ ਦੀ ਆਸ ਨਹੀਂ। ਆਸ ਓਟ ਪ੍ਰਭ ਤੋਰੀ। ਹਾਂਜੀ, ਤਬ ਸਤਿਗੁਰ ਦੀਨਸ ਉਪਦੇਸ਼। ਮਹਾਰਾਜ ਦੇ ਚਰਨਾਂ ਚ ਆਏ ਫਿਰ ਭਾਈ ਮੰਝ ਜੀ। ਗੁਰੂ ਸਾਹਿਬ ਨੇ ਸੁਣਿਆ, ਭਾਈ ਮੰਝ ਨੇ ਕਬਰ ਢਾਹ ਦਿੱਤੀ ਹੈ, ਪੀਰਖਾਨਾ ਢਾਹ ਦਿੱਤਾ ਹੈ। ਸੱਚੇ ਪਾਤਸ਼ਾਹ ਜੀ ਨੇ ਫਿਰ ਉਪਦੇਸ਼ ਦਿੱਤਾ ਜੀ। ਸਤਨਾਮ ਭਜ ਹਰੋ ਕਲੇਸ਼। ਮਹਾਰਾਜ ਕਹਿਣ ਲੱਗੇ, ਮੰਝ ਸਤਨਾਮ 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 ਸਤਨਾਮ, ਵਾਹਿਗੁਰੂ 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 ਵਾਹਿਗੁਰੂ। ਭਾਵ ਸਤਨਾਮ ਜਪਿਆ ਕਰ। ਸਤਿਗੁਰ ਸੋ ਸਨਮੁਖ ਨਿਤ ਰਹੋ। ਸਦਾ ਗੁਰੂ ਦੇ ਸਨਮੁਖ ਰਹਿਣਾ ਹੈ। ਵੇਖੋ ਗੱਲਾਂ ਛੋਟੀਆਂ ਛੋਟੀਆਂ ਨੇ, ਪਰ ਸੰਗਤ ਜੀ ਇਹਨਾਂ ਦੇ ਅਰਥ ਬੜੇ ਬੜੇ ਵੱਡੇ ਨੇ। ਭਾਈ ਮੰਝ ਕਿਤੇ ਵੀ ਰਵੇਂ, ਤੇਰਾ ਧਿਆਨ ਸਦਾ ਗੁਰੂ ਦੇ ਵਿੱਚ ਹੀ ਹੋਣਾ ਚਾਹੀਦਾ। ਹਾਂਜੀ, ਸੇਵੋ ਸਿੱਖਨ ਕੋ ਸੁਖ ਲਹੋ। ਭਾਈ ਮੰਝ ਸਿੱਖਾਂ ਦੀ ਸੇਵਾ ਕਰਿਆ ਕਰ। ਸਿੱਖ ਹੋ ਕੇ ਜਿਹੜਾ ਸਿੱਖਾਂ ਦੀ ਸੇਵਾ ਨਹੀਂ ਕਰਦਾ ਉਹ ਸਿੱਖ ਨਹੀਂ ਹੈਗਾ ਸਾਧ ਸੰਗਤ ਜੀ। ਹਾਂਜੀ, ਅੰਤఃਕਰਨ ਸ਼ੁੱਧ ਹੋਏ ਜਾਏ। ਸਤਨਾਮ ਜਪੇਗਾ, ਗੁਰੂ ਦੇ ਸਨਮੁਖ ਰਹੇਗਾ, ਸਿੱਖਾਂ ਦੀ ਕਰੇਗਾ ਸੇਵਾ, ਤੇਰਾ ਫਿਰ ਮਨ ਸ਼ੁੱਧ ਹੋ ਜਾਏਗਾ। ਵੇਖ ਲਓ ਐਵੇਂ ਥੋੜੀ ਮਨ ਸ਼ੁੱਧ ਹੋ ਜਾਂਦਾ ਜੀ। ਹਾਂਜੀ, ਆਤਮ ਗਿਆਨ ਹਿਰਦੈ ਮੋਹ ਪਾਏ। ਆਤਮ ਗਿਆਨ ਦੀ ਪ੍ਰਾਪਤੀ ਹੋਵੇਗੀ ਫਿਰ ਤੈਨੂੰ ਕਹਿਣ ਲੱਗੇ। ਵਾਹਿਗੁਰੂ। ਹਾਂਜੀ, ਅੰਤ ਸਮੇਂ ਮੈਂ ਬੰਦ ਨਿਕੰਦ। ਅੰਤਮ ਸਮੇਂ ਵਿੱਚ ਤੇਰੀਆਂ ਸਾਰੀਆਂ ਹੀ ਫਾਈਆਂ ਕੱਟ ਦੇਣੀਆਂ ਕਹਿਣ ਲੱਗੇ। ਮੁਕਤ ਹੋਏ ਕਰ ਮਿਲਹੁ ਆਨੰਦ। ਤੂੰ ਮੁਕਤ ਹੋ ਜਾਏਗਾ, ਆਨੰਦ ਸਹਿਤ ਆ ਕੇ ਸਾਡੇ ਵਿੱਚ ਹੀ ਮਿਲ ਜਾਏਗਾ। ਹਾਂਜੀ, ਸਿਮਰਨ ਕਰਨ ਲਗੇ ਸਤਨਾਮੂ। ਕਿਤਕ ਦਿਵਸ ਮਹਿ ਪਹੁੰਚੇ ਧਾਮੂ। ਭਾਈ ਮੰਝ ਜੀ ਕੁਝ ਦਿਨ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਰਹੇ। ਜਿਹੜਾ ਮੰਤਰ ਮਹਾਰਾਜ ਨੇ ਦਿੱਤਾ, ਭਾਈ ਮੰਝ ਜੀ ਡਟ ਗਏ ਜੀ ਉਹਦਾ ਭਜਨ ਕਰਨ ਵਾਸਤੇ। ਸਤਨਾਮ ਸਤਨਾਮ ਸਤਨਾਮ। ਗੁਰ ਕੋ ਲਹਿਓ ਹੋਨ ਪੁਨ ਲਾਗਿਓ। ਕਈ ਦਿਨ ਜਾਪ ਕੀਤਾ ਤੇ ਫਿਰ ਘਰ ਆਏ ਜੀ। ਤੇ ਜੋ ਮਹਾਰਾਜ ਨੇ ਕਿਹਾ ਸੀ ਨਾ ਭਾਈ ਮੰਝ ਨੂੰ, ਉਹ ਵਰਤਣਾ ਸ਼ੁਰੂ ਹੋ ਗਿਆ ਜੀ। ਕੀ ਹੋਣਾ ਸ਼ੁਰੂ ਹੋਇਆ ਉਹ ਸੁਣੋ। ਸਰਬ ਸਮਾਜ ਨਾਸ਼ ਹੋਇ ਭਾਗਿਓ। ਖੇਡ ਇਹੋ ਜੀ ਬਣੀ, ਭਾਈ ਮੰਝ ਦੀ ਸਾਰੀ ਦੌਲਤ ਪੈਸੇ ਜਿਹੜੇ ਸਨ ਉਹ ਨਾਸ ਹੋ ਗਏ ਜੀ। ਪਤਾ ਹੀ ਨਾ ਲੱਗੇ ਕਿੱਧਰ ਜਾਂਦੇ, ਪਤਾ ਹੀ ਨਾ ਲੱਗੇ। ਅਸਲ ਵਿੱਚ
ਦੁੱਖ ਆਉਣੇ ਸ਼ੁਰੂ ਹੋ ਗਏ ਭਾਈ ਮੰਝ ਨੂੰ। ਇਹਦਾ ਕਾਰਨ ਇਹ ਸੀ, ਭਾਈ ਮੰਝ ਨੂੰ ਸਾਧ ਸੰਗਤ ਜੀ, ਭਾਈ ਮੰਝ ਦੇ ਦੁੱਖ ਮਹਾਰਾਜ ਕੱਟਣ ਲੱਗ ਪਏ ਜੀ। ਵੇਖੋ ਵੱਡੇ ਵੱਡੇ ਦੁੱਖ ਨੇ, ਛੋਟੇ ਛੋਟੇ ਕਰਕੇ ਕੱਟਣੇ ਮਹਾਰਾਜ ਨੇ। ਹਾਂਜੀ, ਤੁਰੰਗ ਮਹਿਕ ਧਨ ਭਇਓ ਵਿਨਾਸ਼। ਘੋੜੇ ਸੀਗੇ, ਮੱਝਾਂ ਸਨ, ਗਾਵਾਂ ਸਨ, ਮਾਇਆ ਸੀਗੀ, ਸਭ ਹੌਲੀ ਹੌਲੀ ਜਾਂਦਾ ਰਿਹਾ ਜੀ। ਅੱਜ ਕੁਝ ਵਿਕ ਗਿਆ, ਕੱਲ ਕੁਝ ਵਿਕ ਗਿਆ, ਕੱਲ ਕੁਝ ਵਿਕ ਗਿਆ। ਹੌਲੀ ਹੌਲੀ ਭਾਈ ਮੰਝ ਦੀ ਕੰਗਾਲ ਹੋਣ ਲੱਗ ਪਏ ਜੀ। ਹਾਂਜੀ, ਲੱਗੇ ਸ਼ਰੀਕ ਕਰਨ ਉਪਹਾਸ। ਸ਼ਰੀਕੇ ਵਾਲੇ ਲੋਕ ਜਿਹੜੇ ਆ, ਇਹ ਨਹੀਂ ਜਿਉਣ ਦਿੰਦੇ ਹੁੰਦੇ, ਸ਼ਰੀਕਾ ਮਜ਼ਾਕ ਕਰਨ ਲੱਗ ਪਿਆ ਭਾਈ ਮੰਝ ਜੀ ਨੂੰ। ਹਾਂਜੀ, ਗ੍ਰਾਮ ਨਾਰ ਨਰ ਸਭ ਤਬ ਕਹਿਓ। ਪਿੰਡਾਂ, ਉਸ ਪਿੰਡ ਦੇ ਇਸਤਰੀ ਪੁਰਸ਼ ਸਾਰੇ ਮਿਲ ਕੇ ਭਾਈ ਮੰਝ ਜੀ ਨੂੰ ਇੰਜ ਕਹਿਣ ਲੱਗੇ, ਪੀਰ ਮਾਰ ਤੇ ਸਭ ਕਿਛ ਦਹਿਓ। ਕਹਿੰਦੇ ਮੰਝ, ਤੈਨੂੰ ਪੀਰ ਦੀ ਮਾਰ ਪਈ ਹੈ, ਤੂੰ ਕਬਰ ਢਾ ਦਿੱਤੀ ਨਾ, ਪੀਰ ਖਾਨਾ ਢਾਇਆ, ਉਹ ਪੀਰ ਤੇਰੇ ਤੋਂ ਨਾਰਾਜ਼ ਹੋ ਗਏ। ਇਹਨਾਂ ਗੱਲਾਂ ਕਰਕੇ ਲੋਕ ਘਰੋਂ ਚਿਰਾਗ ਨਹੀਂ ਚੁੱਕਦੇ ਜੀ, ਕਹਿੰਦੇ ਉਹ ਢਾ ਲੈਂਦੇ ਆ ਕੇ। ਹਾਂਜੀ, ਗੁਰ ਕੀ ਸਿੱਖੀ ਜਬ ਤੇ ਲੀਨ। ਕਹਿੰਦੇ ਵੇਖ ਲੈ, ਜਦੋਂ ਦੀ ਤੂੰ ਸਿੱਖੀ ਧਾਰਨ ਕੀਤੀ ਹੈ, ਤਬ ਤੇ ਹੋਇਓ ਸਭ ਕਿਛ ਹੀਨ। ਉਦੋਂ ਦਾ ਤੂੰ ਕੰਗਾਲ ਹੀ ਹੋ ਗਿਆ। ਸਿੱਖ ਬਣ ਕੇ ਤੇ ਤਰੱਕੀ ਹੁੰਦੀ। ਹੁਣ ਮੈਂ ਇੱਥੇ ਬੇਨਤੀ ਕਰਾਂ, ਉਹ ਭਾਈ, ਜੇ ਕਿਤੇ ਸਿੱਖ ਬਣ ਕੇ ਥੋੜਾ ਬਹੁਤਾ ਦੁੱਖ ਆ ਵੀ ਜਾਂਦਾ, ਸਹਿ ਲਿਆ ਕਰੋ। ਕਿਉਂ? ਮਹਾਰਾਜ ਤੁਹਾਡੇ ਦੁੱਖ ਪਹਿਲਾਂ ਕੱਟ ਰਹੇ ਨੇ ਜੀ। ਕਈ ਬੰਦੇ ਕਹਿੰਦੇ ਲਓ, ਜਿੱਦਣ ਦਾ ਗੁਰਦੁਆਰੇ ਆਉਣਾ ਸ਼ੁਰੂ ਕੀਤਾ ਸਾਡਾ ਤੇ ਕੰਮਕਾਰ ਹੀ ਬੰਦ ਹੋ ਗਿਆ। ਜਿੱਦਣ ਦਾ ਨਿਤਨੇਮ ਕਰਨਾ ਸ਼ੁਰੂ ਕੀਤਾ ਉਦੋਂ ਦਾ ਹੋਰ ਤੰਗ ਹੋ ਗਏ। ਉਹ ਇਹ ਨਹੀਂ ਪਤਾ ਹੁੰਦਾ, ਉਹ ਥੋੜੇ ਸਮੇਂ ਦੀ ਤੰਗੀ ਦੇ ਕੇ ਬਾਅਦ ਚੋਂ ਮਹਾਰਾਜ ਨੇ ਸੁੱਖ ਹੀ ਸੁੱਖ ਦੇਣੇ ਆ। ਪਹਿਲਾਂ ਸਗੋਂ ਦੁੱਖ ਖਤਮ ਹੋ ਜਾਣੇ, ਚੰਗੀ ਗੱਲ ਹੈ। ਹਾਂਜੀ, ਸਭ ਨੇ ਮਿਲ ਸੋ ਮੰਝ ਸਮਝਾਇਓ। ਸਾਰੇ ਇਕੱਠੇ ਹੋ ਗਏ ਪਿੰਡ ਦੇ, ਉਹ ਭਾਈ ਮੰਝ ਨੂੰ ਸਮਝਾਉਣ ਲੱਗੇ। ਪੀਰ ਕੋਪ ਕਰ ਸਕ ਲਗਵਾਇਓ। ਕਹਿੰਦੇ ਮੰਝ, ਪੀਰ ਨਾਰਾਜ਼ ਹੋ ਗਿਆ ਤੇਰੇ ਤੋਂ, ਉਹਦੀ ਨਾਰਾਜ਼ਗੀ ਕਰਕੇ ਤੇਰਾ ਸਭ ਕੁਝ ਹੀ ਚਲੇ ਗਿਆ। ਗੁਰ ਸਿੱਖੀ ਤਜ ਪੁਨ ਕਰ ਜੋਰ। ਤੇ ਤੂੰ ਗੁਰਸਿੱਖੀ ਛੱਡ ਦੇ ਤੇ ਪੀਰਾਂ ਅੱਗੇ ਜਾ ਕੇ ਹੱਥ ਜੋੜ। ਬਖਸ਼ੈ ਤੁਝ ਕੋ ਪੀਰ ਨੇ ਹੋਰ। ਪੀਰ ਤੈਨੂੰ ਬਖਸ਼ ਲਏਗਾ। ਹਾਂਜੀ, ਸੁਨਤ ਮੰਝ ਨੇ ਬਾਕ ਉਚਾਰੇ। ਵਾਹਿਗੁਰੂ 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 ਵਾਹਿਗੁਰੂ। ਭਾਈ ਮੰਝ ਜੀ ਨੇ ਨਾ ਉਹਨਾਂ ਲੋਕਾਂ ਦੀ ਗੱਲ ਸੁਣ ਕੇ ਅੱਗੋਂ ਉੱਤਰ ਦਿੱਤਾ। ਤੁਸੀਂ ਸੋਚੋ ਭਾਈ ਮੰਝ ਜੀ ਕੀ ਕਹਿਣਗੇ, ਦੱਸੋ? ਹਾਂ ਕਰਨਗੇ ਕਿ ਨਾ? ਹਾਂਜੀ, ਉਹਨਾਂ ਨੇ ਨਹੀਂ ਮੰਨਣੀ ਗੱਲ ਉਹਨਾਂ ਦੀ ਜੀ। ਹਾਂਜੀ, ਮੈਂ ਸਿੱਖ ਭਾ ਅਬ ਸਤ ਗੁਰਦੁਆਰੇ। ਭਾਈ ਮੰਝ ਜੀ ਆਪਣੇ ਪਿੰਡ ਵਾਲਿਆਂ ਨੂੰ ਕਹਿਣ ਲੱਗੇ, ਉਹ ਭਾਈ, ਅੱਜ ਤੋਂ ਮੈਂ ਗੁਰੂ ਦਾ ਸਿੱਖ ਬਣ ਗਿਆ, ਗੁਰੂ ਦੇ ਦੁਆਰੇ ਪੈ ਗਿਆ ਜਾ ਕੇ। ਅਸਲ 'ਚ ਠੀਕ ਹੈ, ਪਦਾਰਥ ਚਲੇ ਗਏ, ਪਰ ਭਾਈ ਮੰਝ ਦਾ ਮਨ ਸੌਖਾ ਹੋ ਗਿਆ ਜੀ। ਮਨ ਨੂੰ ਸ਼ਾਂਤੀ ਮਿਲਣੀ ਸ਼ੁਰੂ ਹੋ ਗਈ। ਪਹਿਲਾਂ ਪੀਰ ਨੂੰ ਮੰਨਦੇ ਸਨ, ਪਦਾਰਥ ਤੇ ਬਹੁਤ ਸਨ, ਪਰ ਚੇਤਾ ਰੱਖਿਓ ਮਨ ਤੜਪਦਾ ਰਹਿੰਦਾ ਸੀ, ਮਨ ਸ਼ਾਂਤ ਨਹੀਂ ਸੀ ਹੁੰਦਾ। ਅੱਜ ਕੋਲੋਂ ਤੇ ਸਭ ਕੁਝ ਜਾ ਰਿਹਾ, ਮਨ 'ਚ ਸ਼ਾਂਤੀ ਆ ਰਹੀ ਹੈ ਜੀ। ਤੇ ਮਨ ਦੀ ਸ਼ਾਂਤੀ ਦਾ ਜਿਹੜਾ ਸੁੱਖ ਹੈ ਨਾ, ਉਹ ਮਾਇਆ ਵਿੱਚ ਨਹੀਂ ਹੈਗਾ ਜੀ। ਕੂਰ ਪਦਾਰਥ ਕਾਮ ਨਾ ਮੇਰੇ। ਭਾਈ ਮੰਝ ਜੀ ਕਹਿੰਦੇ ਆ ਝੂਠੇ ਪਦਾਰਥ ਮੇਰੇ ਕਿਸ ਕੰਮ ਹੈਗੇ ਆ, ਕਹਿਣ ਲੱਗੇ। ਲਿਉ ਮੁਕਤ ਹੋਏ ਆਨੰਦ ਕਨੇਰੇ। ਮੈਂ ਮੁਕਤ ਹੋਵਾਂਗਾ ਗੁਰੂ ਦੀ ਸਿੱਖੀ ਨਾਲ, ਆਨੰਦ ਮਿਲੇਗਾ ਮੈਨੂੰ। ਹਾਂਜੀ, ਗੁਰ ਤੇ ਹੀ ਅਬ ਸਭ ਕਿਛ ਹੋਈ। ਵਾਹਿਗੁਰੂ। ਭਾਈ ਮੰਝ ਜੀ ਕੀ ਕਹਿੰਦੇ ਆ? ਗੁਰ ਤੇ ਹੀ ਅਬ ਸਭ ਕਿਛ ਹੋਈ, ਗੁਰ ਤੇ ਹੀ ਅਬ ਸਭ ਕਿਛ ਹੋਈ। ਗੁਰ ਤੇ ਹੀ ਅਬ ਸਭ ਕਿਛ ਹੋਈ, ਗੁਰ ਤੇ ਹੀ ਅਬ। ਗੁਰ ਤੇ ਹੀ ਅਬ ਸਭ ਕਿਛ ਹੋਈ, ਗੁਰ ਤੇ ਹੀ ਅਬ ਸਭ ਕਿਛ ਹੋਈ। ਗੱਜ ਕੇ
ਕਹਿੰਦੇ ਹੁਣ ਤੇ ਜੋ ਮਿਲਣਾ ਹੈ ਗੁਰੂ ਤੋਂ ਹੀ ਮਿਲੇਗਾ। ਜੋ ਬਰ ਚਾਹੋ ਸੋ ਤੁਮ ਤੇ ਪਾਓ। ਹਾਂਜੀ। ਪੀਰ ਮੀਰ ਸੋ ਕਾਮ ਨਾ ਕੋਈ। ਹੁਣ ਕਿਸੇ ਪੀਰ ਮੀਰ ਨਾਲ ਮੇਰਾ ਕੋਈ ਕੰਮ ਨਹੀਂ ਰਿਹਾ। ਪੰਚ ਗ੍ਰਾਮ ਕੇ ਸੁਭ ਸਭ ਜਾਨੀ। ਜਦੋਂ ਪੰਚ ਸਿਆਣੇ ਪੰਚਾਇਤ ਵਾਲਿਆਂ ਸਾਰਿਆਂ ਨੇ ਭਾਈ ਮੰਝ ਦੀ ਗੱਲ ਸੁਣੀ। ਮੰਝ ਮਹਾਮੂਰਖ ਅਗਿਆਨੀ। ਸਾਰੇ ਕਹਿੰਦੇ ਮੰਝ ਤੇ ਮੂਰਖ ਹੋ ਗਿਆ। ਮਹਾਰਾਜ ਨੇ ਕਿਹਾ ਸੀ ਨਾ ਬੇਇੱਜ਼ਤੀ ਹੋਣੀ ਸ਼ੁਰੂ ਹੋਏਗੀ। ਹਾਂਜੀ। ਸ਼ੀਨ ਲੀਨ ਗ੍ਰਹਿ ਧਨ ਸਿਰਦਾਰੀ। ਘਰ ਵੀ ਖੋਲਿਆ, ਧਨ ਵੀ ਖੋਲੇ ਤੇ ਖੋਲਿਆ ਤੇ ਚੌਧਰਤਾ ਵੀ ਗਈ ਜੀ। ਵੇਖ ਲੋ ਲੋਕਾਂ ਦਾ ਹਾਲ। ਸਰਬ ਸ਼ਰੀਕਨ ਦੀਨ ਨਿਕਾਰੀ। ਸਾਰੇ ਸ਼ਰੀਕਾਂ ਨੇ ਰਲ ਕੇ ਭਾਈ ਮੰਝ ਨੂੰ ਪਿੰਡ ਵਿੱਚੋਂ ਕੱਢ ਦਿੱਤਾ ਜੀ। ਹੁਣ ਵੇਖ ਲੋ, ਇੱਕ ਬੰਨੇ ਗੁਰੂ ਦੀ ਸਿੱਖੀ ਹੈ। ਮੈਂ ਬੇਨਤੀ ਕਰਾਂ, ਥੋੜੇ ਹਿਰਦੇ ਵਾਲਾ ਬੰਦਾ ਹੁੰਦਾ ਨਾ, ਉਹ ਚੁੱਪ ਕਰਕੇ ਜਾ ਕੇ ਕਬਰ ਨੂੰ ਫਿਰ ਬਣਾ ਲੈਂਦਾ ਜੀ, ਡੋਲ ਜਾਂਦਾ। ਪਰ ਭਾਈ ਮੰਝ ਨੇ ਆਪਣੇ ਸਤਿਗੁਰੂ ਨੂੰ ਨਹੀਂ ਛੱਡਿਆ ਜੀ। ਹਾਂਜੀ। ਲੇਕਰ ਨਿਜ ਪ੍ਰਤ ਬ੍ਰਤਾ ਸੁਦਾਰਾ। ਆਪਣੀ ਇਸਤਰੀ ਨੂੰ ਉਹਨੇ ਨਾਲ ਲਿਆ, ਆਪਣੀ ਬੱਚੀ ਨੂੰ ਨਾਲ ਲਿਆ। ਰਹਿਓ ਜਾਏ ਕਿਸਪੁਰੀ ਮਝਾਰਾ। ਤੇ ਭਾਈ ਮੰਝ ਜੀ ਕਿਸੇ ਹੋਰ ਨਗਰ ਵਿੱਚ ਜਾ ਕੇ ਰਹਿਣ ਲੱਗ ਪਏ। ਪਿੰਡ ਵਾਲਿਆਂ ਨੇ ਧੱਕੇ ਮਾਰ ਕੇ ਪਿੰਡ ਵਿੱਚੋਂ ਬਾਹਰ ਕੱਢ ਦਿੱਤਾ ਜੀ। ਆਮ ਬੰਦਾ ਹੁੰਦਾ ਡੋਲ ਜਾਂਦਾ, ਡਰ ਜਾਂਦਾ, ਘਬਰਾ ਜਾਂਦਾ, ਘਬਰਾ ਕੇ ਸਭ ਕੁਛ ਛੱਡ ਦਿੰਦਾ। ਪਰ ਭਾਈ ਮੰਝ ਨੇ ਨਹੀਂ ਛੱਡਿਆ ਜੀ। ਪਿੰਡ ਵਾਲਿਆਂ ਕੱਢਤਾ, ਕੋਈ ਨਹੀਂ, ਕੱਢਤਾ ਤੇ ਕੱਢਤਾ। ਗੁਰੂ ਦੀ ਸਿੱਖੀ ਤੇ ਹੈ ਨਾ ਜੀ ਕੋਲ। ਚੇਤਾ ਰੱਖਿਓ, ਜਿਸ ਦਿਨ ਦੁਨੀਆ ਦੇ ਦਰਵਾਜ਼ੇ ਬੰਦ ਹੁੰਦੇ, ਗੁਰੂ ਦਾ ਦਰ ਖੁੱਲਦਾ ਹੀ ਉਸ ਦਿਨ ਹੈ ਜੀ। ਦਰ ਤੇ ਪਹਿਲਾਂ ਖੁੱਲ੍ਹਾ ਹੀ ਹੁੰਦਾ, ਬੰਦੇ ਨੂੰ ਖੁੱਲ੍ਹਾ ਉਸ ਦਿਨ ਹੀ ਨਜ਼ਰ ਆਉਂਦਾ ਹੈ ਜੀ। ਹੁਣ ਵੇਖੋ ਅੱਗੇ ਕੀ ਹੁੰਦਾ ਹੈ। ਭਾਈ ਮੰਝ ਜੀ ਦੇ ਉੱਤੇ ਕਿਵੇਂ ਕਿਰਪਾ ਵਰਤਦੀ ਹੈ। ਇਹ ਤੇ ਗੱਲ ਕਹਿਣੀ ਪਏਗੀ। ਠੀਕ ਹੈ, ਹਿਰਦੇ 'ਚ ਵਾਹਿਗੁਰੂ, ਘਰ 'ਚ ਕੁਝ ਨਹੀਂ ਰਿਹਾ, ਸਮਾਜ 'ਚ ਪਦਵੀ ਨਹੀਂ ਰਹੀ, ਪਰ ਹਿਰਦੇ 'ਚ ਨਾਮ ਵਸਣ ਲੱਗ ਪਿਆ ਜੀ। ਹਿਰਦੇ 'ਚ ਪਰਮੇਸ਼ਰ ਦਾ ਨਾਮ ਵਸਣ ਲੱਗ ਪਿਆ। ਉਹਦੀ ਤਾਕਤ ਵਰਤ ਰਹੀ ਹੈ, ਉਹਦੀ ਕਿਰਪਾ ਵਰਤ ਰਹੀ ਹੈ। ਭਾਈ ਮੰਝ ਜੀ ਦਾ ਮਨ ਡਾਵਾਂ ਡੋਲ ਨਹੀਂ ਹੋਇਆ। ਭਾਈ ਮੰਝ ਦੀ ਸਿੱਖੀ ਦੇ ਵਿੱਚ ਪੱਕੇ ਰਹੇ ਜੀ। ਸੋ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਅਰਦਾਸ ਕਰੋ, ਮਹਾਰਾਜ ਸਾਨੂੰ ਵੀ ਪੱਕਿਆਂ ਕਰੋ ਸਿੱਖੀ 'ਚ। ਮਹਾਰਾਜ ਅਸੀਂ ਵੀ ਡੋਲਿਆ ਨਾ ਕਰੀਏ। ਡੋਲਨ ਤੇ ਰਾਖੋ ਪ੍ਰਭੂ, ਡੋਲਨ ਤੇ ਰਾਖੋ ਪ੍ਰਭੂ। ਡੋਲਨ ਤੇ ਰਾਖੋ ਪ੍ਰਭੂ, ਡੋਲਨ ਤੇ ਰਾਖੋ ਪ੍ਰਭੂ। ਬਸ ਡੋਲ ਜਾਂਦੇ ਹਾਂ ਸਾਧ ਸੰਗਤ ਜੀ। ਅਸੀਂ ਜੀਵ ਹਾਂ, ਅਗਿਆਨੀ ਹਾਂ, ਡੋਲਦੇ ਫਿਰਦੇ ਹਾਂ। ਜਿੱਥੋਂ ਸੁੱਖ ਮਿਲੇ ਉਸ ਪਾਸੇ ਚਲੇ ਜਾਂਦੇ ਹਾਂ। ਗੁਰੂ ਦਾ ਦੁਬਾਰਾ ਜੇ ਛੱਡਣਾ ਵੀ ਪਵੇ ਤੇ ਕਈ ਬੰਦੇ ਛੱਡ ਵੀ ਜਾਂਦੇ ਹਨ। ਹੁਣ ਵੇਖ ਲਓ ਨਾ ਜੀ, ਕਿੰਨੀ ਕੁ ਸਿੱਖੀ ਹੈ ਵੀ ਦੂਜੀ ਮੱਤ ਧਾਰਨ ਕਰਦੇ ਵੀ ਉੱਥੋਂ ਲਿਮਕਾ ਸਸਤੀ ਮਿਲਦੀ ਹੈ। ਇਹੋ ਜਿਹੇ ਸਿੱਖ ਚਾਹੀਦੇ ਵੀ ਨਹੀਂ ਜਿਹੜੇ ਲਿਮਕਾ ਦਾ ਰੇਟ ਵੇਖ ਕੇ ਸਿੱਖੀ ਛੱਡ ਦੇਣ ਜੀ। ਹਾਂਜੀ। ਇੱਥੇ ਤੇ ਉਹ ਚਾਹੀਦੇ ਭਾਈ ਮਤੀ ਦਾਸ ਜੀ ਵਰਗੇ ਸਾਹਮਣੇ ਆ ਰਹਾ। ਇੱਕ ਬੰਨੇ ਦੀਨ ਹੈ, ਇੱਕ ਬੰਨੇ ਗੁਰੂ ਤੇਗ ਬਹਾਦਰ ਸਾਹਿਬ। ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਹੀਂ ਛੱਡਿਆ, ਆਰਾ ਕਬੂਲ ਕਰ ਲਿਆ ਜੀ। ਜੈ ਜੈਕਾਰਾਂ ਹੋਈਆਂ ਪਈਆਂ ਜੀ ਉਹਨਾਂ ਦੀਆਂ। ਜੈ ਜੈਕਾਰਾਂ। ਸਾਹਿਬਜ਼ਾਦਿਆਂ ਨੂੰ ਤੁਸੀਂ ਯਾਦ ਕੀਤਾ ਸਾਰੇ ਪੰਥ ਨੇ ਪਿਛਲੇ ਦਿਨਾਂ 'ਚ। ਸ਼ਹੀਦ ਕਿਉਂ ਉੱਚਾ ਹੈ? ਕਿਉਂ? ਉਹਦੇ ਕੋਲ ਦੋ ਹੀ ਰਾਹ ਹੈ। ਇੱਕ ਹੈ ਜ਼ਾਲਮਾਂ ਦੀ ਗੱਲ ਮੰਨ ਲਓ, ਦੂਜਾ ਜਾਂ ਸਰੀਰ ਛੱਡ ਦਿਓ। ਉਹਨਾਂ ਦੀ ਗੱਲ ਨਹੀਂ ਮੰਨੀ, ਜ਼ਾਲਮਾਂ ਦੀ ਗੱਲ ਨਹੀਂ ਮੰਨੀ, ਝੁਕੇ ਨਹੀਂ, ਸਰੀਰ ਛੱਡ ਦਿੱਤਾ ਜੀ, ਪਰਵਾਹ ਨਹੀਂ ਕੀਤੀ ਜੀ।
ਸੋ ਅਸੀਂ ਡੋਲਦੇ ਹਾਂ, ਮਹਾਰਾਜ ਅੱਗੇ ਅਰਦਾਸ ਕਰੋ। ਡੋਲਨ ਤੇ ਰਾਖੋ ਪ੍ਰਭੂ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਬਖਸ਼ਿਸ਼ ਕਰਨ। ਅੱਗੋਂ ਕਥਾ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।